ना अमृतपाल का वकील आ, ना मैं उसकी वकालत करता, पर हकीकत तो जाणो जरूर होना चाहिए। अज 5 बंदे एक जिले च मरी जाते हैं नशे के नाल, ये सुनहरी दौर आ। इस सुनहरी दौर का सेहरा बन लेना अपने सिर भी, इन्होंने पंजाब नूं नशे 'ਚ डोब दिता है। जे 92 वाला दौर लैके आना आ तो वह स्टेट ने लैके आना आ, वो अमृतपाल ने नहीं लैके आना। मैं जिस दौर 'ਚ जदों मैं आया उदां दे हुण हालात नहीं है, भावें उदों बदतर ने कई गल्लां। अमृतपाल गलत आ ते खालिस्तान की मंग गलत आ, तो चैलेंज कबूल करके किसी भी वड्डे चैनल के उत्ते आके डिबेट कर लेना। हिंदू राष्ट्र ते हो सकती है, इंडिया ते हो सकती है, चीन ते हो सकती है, पाकिस्तान ते हो सकती है, ते खालिस्तान ते डिबेट क्यों नहीं हो सकती? तुसीं पुछो भी क्यों तुहानूं खालिस्तान चाहिए, क्यों तुसीं इंडिया च नहीं रहना चाहुंदे? असीं अपना पक्ष पेश करांगे। तुहानूं क्यों बोलना पै गया? दोनों एक दूसरे के खिलाफ बोल रहे ने। उन्हें एक्सैप्ट किया कि जेडे मेरे बापू ने मारे ने उन्हां दा अजे तक भोग नहीं पिया। ये अमृतपाल सिंह नूं कह रहा कि जिहड़ी पंजाब पुलिस है वो 2 मिनटां 'च बंदे दा एनकाउंटर कर दिंदी है। जिहड़े बंदे जेलां 'च ने उन्हां दे बाबत बहुत ज़्यादा गलत बोलदा। ਉਹਦੇ ਉੱਤੇ ਇੱਕ बुक भी लिखी गई है ਜਿਹਦੇ ਉੱਤੇ ਉਹਨਾਂ ਦੇ ਦਾਦੇ ਨੂੰ ਬੇਅੰਤਾ ਬੁੱਚੜ ਕਹਿ ਕੇ ਸੰਬੋਧਨ ਹੋਇਆ। फिर भी ਇਹਦੇ ਨਾਲ ਉਦਾਂ ਦੀ ਕੋਈ ਨਫ਼ਰਤ ਨਹੀਂ ਕਿਸੇ ਦੀ ਵੀ ਭਾਈ ਇਹ ਬੇਅੰਤੇ ਦਾ ਪੋਤਾ ਹੈ ਤੇ ਇਹਨੂੰ ਵੋਟ ਨਹੀਂ ਪਾਉਣੀ। ਤੁਹਾਡੇ ਹਿਸਾਬ ਦੇ ਨਾਲ 80 ਤੋਂ 90 ਵਾਲਾ ਦੌਰ ਕਿੰਨਾ ਕੁ ਮਾੜਾ ਸੀ? ਤੇ 80 90 ਵਾਲਾ ਦੌਰ ਲਿਆਂਦਾ ਕਿੰਨੇ? ਬਿੱਟੂ ਇਹ ਗੱਲ ਕਹਿੰਦਾ ਕਿ ਵੇਖੋ ਜੀ ਦਰਬਾਰ ਸਾਹਿਬ ਹਥਿਆਰ ਲੈ ਕੇ ਚਲੇ ਗਏ। 6ਵੇਂ ਸਤਿਗੁਰਾਂ ਦਾ ਜਿਹੜਾ ਘਰ ਹੈ ਸ੍ਰੀ ਅਕਾਲ ਤਖਤ ਸਾਹਿਬ, ਉੱਥੇ ਸ਼ਸਤਰ ਲੈ ਕੇ ਸਿੰਘ ਜਾ ਸਕਦੇ ਹਨ। ਇਹਨਾਂ ਨੇ ਜਦੋਂ ਗੱਲ ਕਰਨੀ ਹੈ ਸਿਰਫ ਵਿਰੋਧ ਚੋਂ ਕਰਨੀ ਹੈ, ਤਾਂ ਉਸ ਗੱਲ ਚੋਂ ਕਰਨੀ ਹੈ ਵੀ ਮੇਰੇ ਦਾਦੇ ਨੇ ਆਹ ਕੁਛ ਕੀਤਾ। ਉਹ ਕਹਿੰਦੇ ਮੇਰੇ ਦਾਦੇ ਨੇ ਪੀਸ ਲਿਆਂਦੀ ਹੈ ਨਾ ਪੰਜਾਬ 'ਚ ਪਹਿਲਾਂ ਭੰਗੜੇ ਨਹੀਂ ਪੈਂਦੇ ਸੀ, ਗਿੱਧੇ ਨਹੀਂ ਪੈਂਦੇ। ਹਾਂਜੀ ਹਾਂ ਬਿਲਕੁਲ ਬਿਲਕੁਲ ਬਾਅਦ 'ਚ ਪਵਾਏ। ਬਿਲਕੁਲ ਬਿਲਕੁਲ। ਤੁਸੀਂ ਕਿਸੇ ਦੇ ਨੌਜਵਾਨ ਪੁੱਤ ਨੂੰ ਮਾਰ ਕੇ ਤੇ ਮੜੀਆਂ ਦੇ ਵਿੱਚ ਖੜ ਕੇ ਕਹੋ ਕਿ ਮੈਂ ਪੀਸ ਲੈ ਕੇ ਆਂਦੀ ਹੈ। 15 ਸਾਲ ਤੋਂ ਲੈ ਕੇ ਤੇ 25 ਸਾਲ ਦਾ ਕੋਈ ਨੌਜਵਾਨ ਹੀ ਨਾ ਛੱਡੋ, ਸਾਰੇ ਮਾਰ ਦਿਓ, ਇਹ ਪੀਸ ਚਾਹੀਦੀ ਪੰਜਾਬ ਨੂੰ? ਕੋਈ ਤੇ ਇਦਾਂ ਦੀ ਗੱਲ ਹੋਈ ਹੋਊਗੀ ਉਹਨਾਂ ਦੇ ਮਨ 'ਚ ਕਿ ਉਹਨਾਂ ਨੇ ਆਪਣੀ ਨੌਕਰੀ ਦਾਅ ਤੇ ਲਾ ਕੇ ਤੇ ਆਪਣੇ ਸਰੀਰ ਨੂੰ ਉਡਾਲਿਆ। ਕੋਈ ਵੀ ਬੰਦਾ, ਇੱਕ ਚੜ੍ਹਦੀ ਉਮਰ ਦਾ ਮੁੰਡਾ ਆਪਣੇ ਆਪ ਨੂੰ ਬੰਬ ਬਣ ਕੇ ਕਿਉਂ ਮਰੂਗਾ? ਕੋਈ ਤਾਂ ਗੱਲ ਹੋਊਗੀ। ਤੁਹਾਡੇ ਪਰਿਵਾਰ ਦਾ ਸਿੱਖਾਂ ਦੇ ਨਾਲ ਬਹੁਤ ਵੱਡਾ ਰੌਲਾ ਸੀ, ਹੈ ਨਹੀਂ। ਜੇ ਤੁਸੀਂ ਦੁਬਾਰੇ ਉਸ ਪਾਸੇ ਨੂੰ ਤੁਰਦੇ ਹੋ ਤੇ ਰੌਲਾ ਹੈ ਵਾਲੇ ਪਾਸੇ ਵੱਜੂਗਾ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਨੀਪਾਲ। ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਤੇ ਕਾਂਗਰਸ ਦੇ ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਦੇ ਵਿਚਕਾਰ ਸ਼ਬਦੀ ਜੰਗ ਚੱਲ ਰਹੀ ਹੈ। ਜੰਗ ਵੀ ਐਸੀ ਜਿਸ ਦੇ ਵਿੱਚ ਬਹੁਤ ਸਾਰੇ ਤਿੱਖੇ ਵਾਰ ਕੀਤੇ ਜਾ ਰਹੇ ਨੇ। ਲਗਾਤਾਰ ਰਵਨੀਤ ਬਿੱਟੂ ਅੰਮ੍ਰਿਤਪਾਲ ਤੇ ਹਮਲਾਵਰ ਹੋ ਰਹੇ ਨੇ, ਬਹੁਤ ਸਾਰੀਆਂ ਗੱਲਾਂ ਲਗਾਤਾਰ ਕਹਿ ਰਹੇ ਨੇ। ਪਰ ਇਹਨਾਂ ਹੀ ਇਸੇ ਵਾਰਤਾਲਾਪ ਦੇ ਵਿਚਕਾਰ ਇੱਕ ਹੋਰ ਸਿੰਘ ਦੀ ਐਂਟਰੀ ਹੁੰਦੀ ਹੈ। ਉਹ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਦਾ ਨਾਂ ਹੈ ਬਾਬਾ ਬਖਸ਼ੀਸ਼ ਸਿੰਘ। ਬਾਬਾ ਬਖਸ਼ੀਸ਼ ਸਿੰਘ ਦੇ ਵੱਲੋਂ ਸਿੱਧੇ ਤੌਰ ਤੇ ਰਵਨੀਤ ਬਿੱਟੂ ਨੂੰ ਸਵਾਲ ਕੀਤੇ ਗਏ ਨੇ। ਉਹ ਕਿਹੜੇ ਸਵਾਲ ਨੇ? ਸਾਡੇ ਨਾਲ ਖੁਦ ਸਟੂਡੀਓ 'ਚ ਮੌਜੂਦ ਨੇ ਬਾਬਾ ਬਖਸ਼ੀਸ਼ ਸਿੰਘ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਕਿਉਂ ਬੋਲਣਾ ਪੈ ਗਿਆ? ਦੋਨੋਂ ਇੱਕ ਦੂਸਰੇ ਦੇ ਖਿਲਾਫ ਬੋਲ ਰਹੇ ਨੇ, ਤੁਹਾਨੂੰ ਕਿਉਂ ਐਂਟਰੀ ਲੈਣੀ ਪੈ ਗਈ? ਪਹਿਲੀ ਗੱਲ ਤਾਂ ਇਹ ਆ ਕਿ ਉਹ ਗੱਲ ਚਾਹੇ ਕੋਈ ਵੀ ਕਰ ਰਿਹਾ ਹੋਏ, ਉਸ ਗੱਲ ਦੇ ਮਾਇਨੇ ਕੀ ਨੇ ਤੇ ਉਹ ਉਹਦੇ ਜਿਹੜੇ ਅਰਥ ਨੇ ਉਹ ਕੀ ਨੇ, ਔਰ ਗੱਲ ਕਿਸ ਬਾਬਤ ਕਰ ਰਿਹਾ ਹੈ। ਜੇ ਉਹ ਇਹ ਗੱਲ ਕਰੇ ਅੰਮ੍ਰਿਤ ਬਾਰੇ, ਇਕੱਲੇ ਬਾਰੇ, ਜਾਂ ਅੰਮ੍ਰਿਤ ਸਿਰਫ ਬਿੱਟੂ ਬਾਰੇ ਕਰੇ, ਤਾਂ ਆਪਾਂ ਨੂੰ ਸਮਝ ਲੱਗਦੀ ਕਿ ਕਿਸੇ ਗੱਲ ਕਰਕੇ ਉਹਨਾਂ ਦੀ ਸ਼ਬਦੀ ਜੰਗ ਚੱਲ ਰਹੀ ਆ। ਪਰ ਜਦੋਂ ਉਹ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਗੱਲ ਕਰਕੇ ਉਹ ਇਹ ਗੱਲ ਕਹੇ ਕਿ ਜਿਹੜੇ ਉਹਨੇ ਐਕਸੈਪਟ ਕੀਤਾ ਕਿ ਜਿਹੜੇ ਮੇਰੇ ਬਾਪੂ ਨੇ ਮਾਰੇ ਨੇ ਉਹਨਾਂ ਦਾ ਅਜੇ ਤੱਕ ਭੋਗ ਨਹੀਂ ਪਿਆ, ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਪਹਿਲੀ ਗੱਲ ਤਾਂ ਇਹ ਕਿ ਉਹਨੇ ਇਹ
ਬਹੁਤ ਹੀ ਐਕਸੈਪਟ ਕੀਤੀ ਹੈ ਗੱਲ, ਜਿਹਨੂੰ ਉਹ ਡਿਨਾਈ ਕਰਦੇ ਨੇ ਕਿ ਅਸੀਂ ਤਾਂ ਕਿਸੇ ਨੂੰ ਮਾਰਿਆ ਹੀ ਨਹੀਂ ਹੈਗਾ। ਉਹਨੇ ਇਹ ਕਹਿ ਦਿੱਤਾ ਵੀ ਬਿਲਕੁਲ ਅਸੀਂ ਨਹੀਂ, ਇਹ ਸ਼ਾਇਦ ਇਹ ਨਹੀਂ, ਲੋਕ ਇਹ ਨਾ ਸਮਝਣ ਕਿ ਤੁਸੀਂ ਗਲਤ ਇੰਟਰਪ੍ਰੈਟ ਕਰ ਰਹੇ ਹੋ ਇਸ ਚੀਜ਼ ਨੂੰ, ਕਿਉਂਕਿ ਰਵਨੀਤ ਬਿੱਟੂ ਦਾ ਬਿਆਨ ਉਸ ਤੋਂ ਬਾਅਦ ਆਇਆ ਕਿ ਜਦੋਂ ਅੰਮ੍ਰਿਤਪਾਲ ਨੇ ਕਿਹਾ ਕਿ ਫਿਰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੁੰਦੇ ਆ ਜਦੋਂ ਭੋਗ ਤੇ ਉਹਨਾਂ ਨੂੰ ਕੀਰਤਨੀਏ ਨਹੀਂ ਮਿਲਦੇ, ਤੇ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦੀ ਤੂੰ ਰੀਸ ਕਰਦਾ ਉਹਨਾਂ ਦੇ ਭੋਗ ਤੱਕ ਨਹੀਂ ਪਏ। ਹਾਂ, ਮੈਂ ਉਹੀ ਗੱਲ ਕਰਦਾ ਨਾ। ਪਹਿਲਾਂ ਇਹਨੇ ਇਹ ਗੱਲ ਕਹੀ ਸੀ ਕਿ 2 ਮਿੰਟ ਲੱਗਦੇ ਆ ਐਨਕਾਊਂਟਰ ਕਰਨ ਨੂੰ। ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਇਹ ਗੱਲ ਕਹੀ ਆ। ਪਹਿਲਾਂ ਇਹਨੇ ਕਿਹਾ ਸੀ ਕਿ ਐਨਕਾਊਂਟਰ ਨੂੰ 2 ਮਿੰਟ ਲੱਗਦੇ ਆ। ਹੁਣ ਇਹ ਮਤਲਬ ਕਿਹਨੂੰ ਧਮਕੀ ਦੇ ਰਿਹਾ ਵੀ ਇਹ ਅੰਮ੍ਰਿਤਪਾਲ ਸਿੰਘ ਨੂੰ ਕਹਿ ਰਿਹਾ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ 2 ਮਿੰਟਾਂ 'ਚ ਬੰਦੇ ਦਾ ਐਨਕਾਊਂਟਰ ਕਰ ਦਿੰਦੀ ਹੈ, ਤੇ ਉਹਨੇ ਅੱਗੋਂ ਇਹ ਅਗਲਾ ਜਵਾਬ ਉਹਨੇ ਦਿੱਤਾ। ਤੇ ਨੈਕਸਟ ਇਹਨੇ ਕਿਹਾ ਵੀ ਜਿਨ੍ਹਾਂ ਦੀ ਤੂੰ ਰੀਸ ਕਰ ਰਿਹਾ, ਯਾਨੀ ਕਿ ਤੂੰ ਗੱਲ ਦਿਲਾਵਰ ਸਿੰਘ ਉਹਨਾਂ ਦੀ ਕਰ ਰਿਹਾ ਜਾਂ ਉਸ ਸਮੇਂ ਦੇ ਉਹਨਾਂ ਸਿੰਘਾਂ ਦੀ ਕਰ ਰਿਹਾ, ਉਹਨਾਂ ਦੇ ਭੋਗ ਨਹੀਂ ਪਏ, ਉਹਨਾਂ ਦਾ ਕੁਝ ਲੱਭਾ ਨਹੀਂ ਹੈਗਾ, ਉਹਨਾਂ ਦਾ ਪਤਾ ਕਰੋ ਜਾ ਕੇ। ਹੁਣ ਇੱਥੇ ਇਹ ਗੱਲ ਆ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਬੈਕਗ੍ਰਾਉਂਡ ਆ, ਅੰਮ੍ਰਿਤਪਾਲ ਸਿੰਘ ਦਾ ਜੀਵਨ ਕੀ ਆ, ਤੇ ਰਵਨੀਤ ਬਿੱਟੂ ਕਿਹੜੀ ਫੈਮਿਲੀ 'ਚ ਆਉਂਦਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਰਵਨੀਤ ਬਿੱਟੂ ਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ MP ਬਣਿਆ, ਕਾਂਗਰਸ ਵੱਲੋਂ ਉਹ MP ਬਣਦਾ ਆ, ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਕਦੀ ਵੀ ਔਲਾਦ ਨਾਲ ਨਫ਼ਰਤ ਨਹੀਂ ਕਰਦੇ। ਰਵਨੀਤ ਸਿੰਘ ਬਿੱਟੂ ਨੂੰ ਇਸ ਗੱਲ ਦਾ ਸਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਮੇਰੇ ਦਾਦੇ ਬਾਰੇ ਪੂਰੇ ਪੰਜਾਬ ਦੇ ਵਿੱਚ ਈਵਨ ਵੱਡੇ ਵੱਡੇ ਪੰਜਾਬ ਪੁਲਿਸ ਦੇ ਅਫਸਰਾਂ ਨੇ, ਵੱਡੇ ਵੱਡੇ ਪੱਤਰਕਾਰਾਂ ਨੇ ਇਹ ਗੱਲ ਬੜੀ ਖੁੱਲ੍ਹ ਕੇ ਕਹੀ ਆ ਕਿ ਬੇਅੰਤ ਸਿੰਘ ਤੇ KPS ਗਿੱਲ ਨੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਘਾਣ ਕੀਤਾ ਆ। ਦੂਜੀ ਗੱਲ, ਉਹਨਾਂ ਦੇ ਪਰਿਵਾਰ ਦੇ ਉੱਤੇ ਹੋਰ ਬੜੇ ਇੱਦਾਂ ਦੇ ਐਲੀਗੇਸ਼ਨ ਲੱਗਦੇ ਨੇ। ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਵੱਲ ਨਾ ਜਾਈਏ ਤਾਂ ਬਿਹਤਰ ਰਹੂਗਾ। ਆਪਾਂ ਉਸ ਗੱਲ ਤੇ ਉੱਤੇ ਕੇਂਦਰਿਤ ਰਹੀਏ ਜਿਹੜੀ ਪੰਜਾਬ ਦੇ ਵਿੱਚ ਹੋਈ ਆ, ਜਿਹੜੀ ਵਾਪਰੀ ਆ। ਔਰ ਇਹ ਉਸ ਪਰਿਵਾਰ ਨੂੰ ਬਿਲੋਂਗ ਕਰਦਾ। ਸਦਾ ਹੀ ਇਹ ਕਿਤੇ ਨਾ ਕਿਤੇ ਜਿਹੜੀਆਂ ਖਾੜਕੂ ਧਿਰਾਂ ਨੇ ਜਾਂ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਉਹਨਾਂ ਦੇ ਬਾਬਤ ਬਹੁਤ ਜ਼ਿਆਦਾ ਗਲਤ ਬੋਲਦਾ। ਜੇ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਭਾਈ ਜਗਤਾਰ ਸਿੰਘ ਹਵਾਰੇ ਹੋਣਾ ਨੇ, ਭਾਈ ਦਿਲਾਵਰ ਸਿੰਘ ਜਿਹੜੇ ਸ਼ਹੀਦ ਹੋ ਗਏ ਨੇ, ਕੌਮੀ ਸ਼ਹੀਦ ਨੇ ਸਾਡੇ, ਜੇ ਉਹਨਾਂ ਨੇ ਇਹ ਕੰਮ ਕੀਤਾ ਤੇ ਉਹਨਾਂ ਨੇ ਇਹ ਭੁਗਤਿਆ ਆ, ਉਹਨਾਂ ਨੇ ਕਿਸੇ ਤੋਂ ਭੀਖ ਨਹੀਂ ਮੰਗੀ ਹੈਗੀ, ਉਹਨਾਂ ਨੇ ਭੁਗਤਿਆ ਆ। ਉਹਨਾਂ ਨੂੰ ਹਰ ਵਾਰ ਇਹ ਟਾਰਗੇਟ ਕਰਨਾ ਕਿ ਇਹਨਾਂ ਨੂੰ ਫਾਂਸੀ ਦੇ ਦਿਓ, ਉਹਨਾਂ ਨੂੰ ਆਹ ਕਰ ਦਿਓ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹ ਨਹੀਂ ਚੰਗੀਆਂ ਲੱਗਦੀਆਂ। ਕਿਉਂਕਿ ਤੁਸੀਂ ਇੱਕ ਤਾਂ ਕਹਿੰਦੇ ਹੋ ਕਿ ਅਸੀਂ ਇੰਡੀਅਨ ਆ, ਅਸੀਂ ਸੰਵਿਧਾਨ ਦਾ ਜਿਹੜਾ ਆ ਉਹਦੀ ਪਾਲਣਾ ਕਰਦੇ ਹਾਂ, ਤੇ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਕਰਦੇ ਹਾਂ। ਕਾਨੂੰਨ ਆਪਣਾ, ਉਹਨਾਂ ਨੇ ਆਪਣਾ ਕੰਮ ਕੀਤਾ, ਕਾਨੂੰਨ ਨੇ ਆਪਣਾ ਕੰਮ ਕਰਤਾ ਜੀ। ਇਸ ਗੱਲ ਤੇ ਨਾ ਤਾਂ ਉਹਨਾਂ ਨੂੰ ਕੋਈ ਸ਼ਿਕਵਾ ਆ, ਜਿਹੜੇ ਗਏ ਨੇ ਉਹਨਾਂ ਨੇ ਸਵੀਕਾਰ ਕੀਤਾ ਵੀ ਹਾਂ ਅਸੀਂ ਇਹ ਕੰਮ ਕੀਤਾ ਤੇ ਐਸ ਕਰਕੇ ਕੀਤਾ। ਕਈ ਸਫ਼ਿਆਂ ਦੀ ਚਿੱਠੀ ਆ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਤੇ ਭਾਈ ਜਗਤਾਰ ਸਿੰਘ ਤਾਰੇ ਹੋਣਾ ਦੀ ਇਸ ਬਾਬਤ ਕਿ ਅਸੀਂ ਬੇਅੰਤ ਸਿੰਘ ਨੂੰ ਕਿਉਂ ਮਾਰਿਆ। ਸੋ ਉਹਦੇ ਉੱਤੇ ਇੱਕ ਬੁੱਕ ਵੀ ਲਿਖੀ ਗਈ ਹੈ ਜਿਹਦੇ ਉੱਤੇ ਉਹਨਾਂ ਦੇ ਦਾਦੇ ਨੂੰ ਬੇਅੰਤਾ ਬੁੱਚੜ ਕਹਿ ਕੇ ਸੰਬੋਧਨ ਹੋਇਆ। ਔਰ ਜਿੱਥੇ ਵੀ ਕਿਤੇ ਰਾਗੀ ਢਾਡੀ ਜਾਂ ਪੰਥ ਦੀ ਗੱਲ ਹੁੰਦੀ ਹੈ ਉੱਥੇ ਇਹੀ ਕਿਹਾ ਜਾਂਦਾ, ਕਿਉਂਕਿ ਉਹਨੇ ਕੰਮ ਉਹ ਕੀਤੇ ਆ ਕਿ ਨੌਜਵਾਨੀ ਨੂੰ ਕੋਹ ਕੇ ਸ਼ਹੀਦ ਕੀਤਾ। ਸੋ ਇਸ ਗੱਲ ਕਰਕੇ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਜਿਹੜਾ, ਇਸ ਕੱਲੀ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਹੈਗੀ, ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਬੰਦੇ ਨੇ ਜਦੋਂ ਵੀ ਕੋਈ ਗੱਲ ਕਰਦਾ ਬਿੱਟੂ ਤੇ ਉਹਦਾ ਜਵਾਬ ਇਹੀ ਦਿੰਦੇ ਨੇ ਵੀ ਭਾਈ ਦਿਲਾਵਰ ਸਿੰਘ ਨੂੰ ਚੇਤੇ ਰੱਖੋ ਕਿ ਦਿਲਾਵਰ ਸਿੰਘ ਨੇ ਆਪਣਾ ਆਪ ਉਡਾ ਕੇ ਤੇ ਪੰਜਾਬ ਦੇ ਉਹਨਾਂ ਹਜ਼ਾਰਾਂ ਭੈਣਾਂ ਮਾਵਾਂ ਦੇ ਸਿਰ ਤੇ ਚੁੰਨੀ ਰੱਖੀ, ਆਪਣਾ ਆਪ ਉਹਨੇ ਫੀਤਾ ਕਰਾ ਲਿਆ। ਤਾਂ ਸੋ ਇਸ ਕਰਕੇ ਇਸ ਬੰਦੇ ਨੂੰ ਲੋਕਾਂ ਨੇ ਫਿਰ ਵੀ ਉਸ ਐਡੇ ਪਾਪੀ ਬੰਦੇ ਦੇ ਪਰਿਵਾਰ 'ਚ ਹੋਣ ਕਰਕੇ ਵੀ ਲੋਕਾਂ ਨੇ ਫਿਰ ਅਕਸਰ, ਤੇ ਇਹ ਤਾਂ ਹੈ ਨਹੀਂ ਕਿ ਬਾਹਰੋਂ ਕਿਸੇ ਨੇ ਆ ਕੇ ਵੋਟਾਂ ਪਾਤੀਆਂ ਨੇ, ਪੰਜਾਬ ਦੇ ਸਿੱਖਾਂ ਨੇ ਵੋਟਾਂ ਪਾਈਆਂ ਨੇ ਨਾ, ਫਿਰ ਵੀ ਇਹਦੇ ਨਾਲ ਉੱਦਾਂ ਦੀ ਕੋਈ ਨਫ਼ਰਤ ਨਹੀਂ ਕਿਸੇ ਦੀ ਵੀ ਭਾਈ ਇਹ ਬੇਅੰਤੇ ਦਾ ਪੋਤਾ ਹੈ ਤੇ ਇਹਨੂੰ ਵੋਟ ਨਹੀਂ ਪਾਉਣੀ। ਪਰ ਇਹ ਜਾਣ ਬੁੱਝ ਕੇ ਉਸ ਚੀਜ਼ ਨੂੰ ਕ੍ਰੀਏਟ ਹਮੇਸ਼ਾ ਹੀ ਕਰਦਾ ਰਹਿੰਦਾ ਕਿ ਮੇਰਾ ਦਾਦਾ ਐ, ਮੇਰਾ ਤੇਰੇ ਦਾਦੇ ਦੇ ਉੱਤੇ ਮਾਣ ਕਰਨ ਵਾਲੀ ਗੱਲ ਥੋੜਾ ਕੋਈ, ਉਹਦੇ ਉੱਤੇ ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਉਹ ਇਹ ਵੀ ਤਾਂ ਕਹਿ ਰਹੇ ਨਾ ਕਿ 80 ਤੋਂ ਜਿਹੜਾ 90 ਦਾ ਵਾਲਾ ਦੌਰ ਸੀ ਉਹਨੂੰ ਪੰਜਾਬ ਦੁਬਾਰਾ ਦੇਖਣਾ ਨਹੀਂ ਚਾਹੁੰਦਾ। ਤੁਹਾਡੇ ਹਿਸਾਬ ਦੇ ਨਾਲ 80 ਤੋਂ 90 ਵਾਲਾ ਦੌਰ ਕਿੰਨਾ ਕੁ ਮਾੜਾ ਸੀਗਾ, ਕੀ ਆਉਣਾ ਚਾਹੀਦਾ ਉਸ ਤਰੀਕੇ ਦਾ ਦੌਰ? ਨਹੀਂ, ਪਹਿਲੀ ਗੱਲ ਤਾਂ ਮੈਂ ਮਤਲਬ ਕਿ ਜੇ ਉਹ ਕਿਤੇ ਕਹਿਣ ਤੇ ਆਪਣੇ ਚੈਨਲ ਤੇ ਆ ਕੇ ਡਿਬੇਟ ਕਰ ਸਕਦੇ ਨੇ ਕਿ 80-90 ਵਾਲਾ ਦੌਰ ਲਿਆਂਦਾ ਕਿੰਨੇ ਆ, ਕੀ ਅਸੀਂ ਉਹਦੇ ਜ਼ਿੰਮੇਵਾਰ ਆ? ਅਸੀਂ ਤਾਂ ਉਹਦੇ ਜ਼ਿੰਮੇਵਾਰ ਨਹੀਂ। ਮੈਂ ਤੁਹਾਨੂੰ ਇੱਕ ਨੇੜੇ ਦੀ ਗੱਲ ਦੱਸਦਾ ਕਿ 1 ਸਾਲ ਆਪਾਂ ਦਿੱਲੀ ਰਹਿ ਕੇ ਆਏ ਹਾਂ।
ਉਹ ਦਿੱਲੀ ਆਪਾਂ ਗਏ, ਕੀ ਮਤਲਬ ਕਿ ਉਹ ਕਿਸਾਨਾਂ ਦਾ ਕਸੂਰ ਆ ਕਿ ਉਹ ਦਿੱਲੀ ਗਏ ਆ? ਹਕੂਮਤ ਨੇ ਉਧਰ ਨੂੰ ਧੱਕਿਆ ਜੀ, ਤੇ ਹਕੂਮਤਾਂ ਉਧਰ ਨੂੰ ਧੱਕਦੀਆਂ। ਜੇ ਬਰਗਾੜੀ ਦੇ ਵਿੱਚ ਇਹ ਗੱਲ ਹੋਈ ਤੇ ਹਕੂਮਤ ਨੇ ਗੋਲੀ ਚਲਾਈ, ਤਾਂ ਜੇ ਉਹਨਾਂ ਗੋਲੀਆਂ ਦਾ ਬਦਲਾ ਲੈਣ ਲਈ ਕੋਈ ਨੌਜਵਾਨ ਘਰੋਂ ਨਿਕਲਦਾ ਆ ਤਾਂ ਉਹਦੇ 'ਚ ਕਸੂਰ ਕਿਹਦਾ? ਜੇ ਇਹ ਗੱਲ ਨਾ ਵਾਪਰਦੀ ਤਾਂ ਇਹ ਗੱਲ ਨਾ ਹੁੰਦੀ। ਜੇ ਸਾਡੇ ਹੱਕ ਹਕੂਕ ਸਟੇਟ ਦਿੰਦੀ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਇਸ ਬੰਦੇ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਕੌਮ ਦੀ ਤੂੰ ਗੱਲ ਕਰ ਰਹੇ ਆ, ਜਿਹੜੇ ਲੋਕਾਂ ਦੀ ਗੱਲ ਕਰ ਰਹੇ ਆ, ਇਹਨਾਂ ਨੇ ਇਸ ਕੰਟਰੀ ਦੇ ਵਿੱਚ ਹੀ ਇਹਨਾਂ ਕੌਮਾਂ ਤੇ ਵਿਸ਼ਵਾਸ ਕਰਕੇ ਇਸ ਕੰਟਰੀ 'ਚ ਉਹਨਾਂ ਨੇ ਆਉਣ ਦੀ ਇੱਛਾ ਜ਼ਾਹਰ ਕੀਤੀ ਸੀ ਜੀ। ਔਰ ਜਦੋਂ ਉਹ ਆਪਣੀਆਂ ਗੱਲਾਂ ਦੇ ਪੂਰੇ ਨਹੀਂ ਉਤਰੇ, ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਆ, ਤੇ ਹਮਲਾ ਹੋਣ ਤੋਂ ਬਾਅਦ ਇਹ ਵੀ ਦਰਬਾਰ ਸਾਹਿਬ ਜਾਂਦੇ ਨੇ, ਇਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਇਹ ਕਦੀ ਇਹ ਕਹਿੰਦੇ ਨੇ, ਇਹਨਾਂ ਨੇ ਇੱਕੋ ਹੀ ਗੱਲ, ਇੱਕ ਗੱਲ, ਬਿੱਟੂ ਇਹ ਗੱਲ ਕਹਿੰਦਾ ਕਿ ਵੇਖੋ ਜੀ ਦਰਬਾਰ ਸਾਹਿਬ ਹਥਿਆਰ ਲੈ ਕੇ ਚਲੇ ਗਏ। ਛੇਵੇਂ ਸਤਿਗੁਰਾਂ ਦਾ ਜਿਹੜਾ ਘਰ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ, ਉਹ ਉੱਥੇ ਉਹ ਸਾਡਾ ਰਾਜਸੀ ਕੇਂਦਰ ਆ, ਉੱਥੇ ਸ਼ਸਤਰ ਲੈ ਕੇ ਸਿੰਘ ਜਾ ਸਕਦੇ ਹਨ ਜੀ। ਸੋ ਦਰਬਾਰ ਸਾਹਿਬ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਇਕੱਠਿਆਂ ਕਰਕੇ ਇਹ ਗੱਲ ਕਰਦੇ ਨੇ, ਕਿਉਂਕਿ ਜੇ ਇਹਨਾਂ ਨੂੰ ਇਤਿਹਾਸ ਬਾਰੇ ਪੰਥ ਬਾਰੇ ਗਿਆਨ ਨਹੀਂ ਹੈਗਾ, ਉਹ ਗੱਲ ਨਹੀਂ ਕਰਨੀ ਚਾਹੀਦੀ। ਇਹਨਾਂ ਨੇ ਜਦੋਂ ਗੱਲ ਕਰਨੀ ਹੈ ਸਿਰਫ ਵਿਰੋਧ ਚੋਂ ਕਰਨੀ ਹੈ, ਤਾਂ ਉਸ ਗੱਲ ਚੋਂ ਕਰਨੀ ਹੈ ਵੀ ਮੇਰੇ ਦਾਦੇ ਨੇ ਆਹ ਕੁਛ ਕੀਤਾ। ਅੱਜ ਤੱਕ ਤੁਸੀਂ ਵੇਖਿਆ ਕਿ ਕਦੀ ਜਿਹੜੇ ਲਲਿਤ ਮਾਖਣ, ਅਰਜਨ ਦਾਸ ਜਾਂ ਕਿੰਨੇ ਬੰਦੇ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਿਹੜੇ ਖਾੜਕੂ ਸਿੰਘਾਂ ਨੇ ਉਹਨਾਂ ਨੂੰ ਸੋਧਿਆ, ਤਾਂ ਉਹਨਾਂ ਦੇ ਪਰਿਵਾਰ ਨੇ ਕਦੀ ਇਹ ਕਲੇਮ ਕੀਤਾ ਕਿ ਸਾਡੇ ਬੰਦੇ ਬਹੁਤ ਚੰਗੇ ਸੀਗੇ? ਉਹਨਾਂ ਨੇ ਕਦੀ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਇਹ ਗਲਤ ਕੰਮ ਕੀਤਾ ਸੀ, ਤਾਂ ਉਹਨਾਂ ਨੂੰ ਇਹਦਾ ਅੰਜਾਮ ਭੁਗਤਣਾ ਪਿਆ ਆ। ਸੋ ਇਹਨੂੰ ਚਾਹੀਦਾ ਇਹ ਕਿ ਇਹਨੂੰ ਮਾਣ ਕਰਨ ਦੀ ਬਜਾਏ, ਨਹੀਂ ਉਹ ਕਹਿੰਦੇ ਮੇਰੇ ਦਾਦੇ ਨੇ ਪੀਸ ਲਿਆਂਦੀ ਹੈ ਨਾ ਪੰਜਾਬ 'ਚ ਪਹਿਲਾਂ ਭੰਗੜੇ ਨਹੀਂ ਪੈਂਦੇ ਸੀ, ਗਿੱਧੇ ਨਹੀਂ ਪੈਂਦੇ ਸੀ। ਹਾਂਜੀ ਹਾਂ, ਬਿਲਕੁਲ ਬਿਲਕੁਲ, ਬਾਅਦ 'ਚ ਪਾਏ। ਬਿਲਕੁਲ ਬਿਲਕੁਲ। ਤੁਸੀਂ ਕਿਸੇ ਦੇ ਨੌਜਵਾਨ ਪੁੱਤ ਨੂੰ ਮਾਰ ਕੇ ਤੇ ਮੜੀਆਂ ਦੇ ਵਿੱਚ ਖੜ ਕੇ ਕਹੋ ਕਿ ਮੈਂ ਪੀਸ ਲੈ ਕੇ ਆਂਦੀ ਹੈ, ਇਹ ਜੀ ਪੀਸ ਹੁੰਦੀ ਹੈ ਕਿ ਜਿੱਥੇ ਤੁਸੀਂ 15 ਸਾਲ ਤੋਂ ਲੈ ਕੇ ਤੇ 25 ਸਾਲ ਦਾ ਕੋਈ ਨੌਜਵਾਨ ਹੀ ਨਾ ਛੱਡੋ, ਸਾਰੇ ਮਾਰ ਦਿਓ, ਇਹ ਪੀਸ ਚਾਹੀਦੀ ਪੰਜਾਬ ਨੂੰ? ਪੀਸ ਮਤਲਬ ਮੈਨੂੰ ਮੜੀਆਂ ਵਰਗੀ ਜਿਹੜੀ ਚੁੱਪ ਹੁੰਦੀ ਉੱਦਾਂ ਦੀ ਪੀਸ ਇਹਨਾਂ ਨੇ ਲੈ ਕੇ ਆਂਦੀ ਸੀ। ਔਰ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰ ਕੇ ਜੇ ਪੀਸ ਲੈ ਕੇ ਆਂਦੀ, ਤੇ ਇਹ ਜੀ ਪੀਸ ਤੁਸੀਂ ਇਹ ਵੇਖੋ ਕਿ ਜਿਹੜੇ ਸਿਕਿਉਰਿਟੀ ਗਾਰਡ ਉਸ ਬੇਅੰਤ ਸਿੰਘ ਦੇ ਉਹ ਨਾਲ ਰਹਿੰਦੇ ਸੀ, ਕੋਈ ਤੇ ਇਦਾਂ ਦੀ ਗੱਲ ਹੋਈ ਹੋਊਗੀ ਉਹਨਾਂ ਦੇ ਮਨ 'ਚ ਕਿ ਉਹਨਾਂ ਨੇ ਆਪਣੀ ਨੌਕਰੀ ਦਾਅ ਤੇ ਲਾ ਕੇ ਤੇ ਆਪਣੇ ਸਰੀਰ ਨੂੰ ਉਡਾਲਿਆ। ਕੋਈ ਵੀ ਬੰਦਾ 80 90 ਸਾਲ 99 ਸਾਲ ਦੇ ਵੀ ਜਿਹੜੇ ਲੀਡਰ ਨੇ, ਮੈਂ ਬਾਕੀ ਲੋਕਾਂ ਦੀ ਗੱਲ ਨਹੀਂ ਕਰਾਂਗਾ, ਉਹ USA ਤੱਕ ਜਾ ਕੇ ਇਲਾਜ ਕਰਾਉਂਦੇ ਨੇ ਕਿ ਸ਼ਾਇਦ ਅਸੀਂ 10 ਦਿਨ ਹੋਰ ਕੱਢ ਜਾਈਏ। ਇੱਕ ਚੜ੍ਹਦੀ ਉਮਰ ਦਾ ਮੁੰਡਾ ਆਪਣੇ ਆਪ ਨੂੰ ਬੰਬ ਬਣ ਕੇ ਕਿਉਂ ਮਰੂਗਾ? ਕੋਈ ਤਾਂ ਗੱਲ ਹੋਊਗੀ, ਕਿਉਂ ਉਹ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਊਗਾ? ਕਿਉਂ ਉਹ ਤੁੰਬਾ ਹੋ ਜਾਊਗਾ ਕਿਸੇ ਦੇ ਨਾਲ ਲੱਗ ਕੇ? ਇਸ ਗੱਲ ਨੂੰ ਸਮਝਣ ਲਈ ਤੁਹਾਨੂੰ ਬਹੁਤ ਕੁਝ ਜਾਣਨ ਦੀ ਲੋੜ ਆ, ਇਤਿਹਾਸ ਫਰੋਲਣ ਦੀ ਲੋੜ ਆ, ਕਿਉਂਕਿ ਇਹ ਲੋਕ ਹੈਗੇ ਨੇ ਖੂਹ ਦੇ ਡੱਡੂ, ਤੇ ਜਿਹੜੀ ਗੱਲ ਹੋਈ ਆ ਉਹ ਹੈਗੀ ਸਮੁੰਦਰ ਤੋਂ ਵੀ ਡੂੰਘੀ। ਸ਼ਹਾਦਤਾਂ ਦੇ ਅਰਥ ਬੜੇ ਡੂੰਘੇ ਹੁੰਦੇ ਨੇ। ਸੋ ਇਹਨਾਂ ਲੋਕਾਂ ਨੇ ਇੰਨੇ ਢੀਠ ਨੇ ਕਿ ਇਹ ਹਰ ਸਮੇਂ ਉਸ ਗੱਲ ਨੂੰ ਸਹੀ ਸਾਬਤ ਕਰਨ ਤੇ ਲੱਗੇ ਰਹਿੰਦੇ ਨੇ, ਜਿਹਨੂੰ ਪੂਰੀ ਦੁਨੀਆ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੋ ਬੰਦਿਆਂ ਨੇ ਪੰਜਾਬ ਦੇ ਵਿੱਚ ਸਿੱਖਾਂ ਦਾ ਘਾਣ ਕੀਤਾ ਹੈ। ਆਰਮੀ ਲੱਗੀ ਪੰਜਾਬ 'ਚ, ਕਦੀ ਆਇਆ ਹੈ ਵੀ ਆਰਮੀ ਨੇ ਘਾਣ ਕੀਤਾ? ਕਦੀ ਆਇਆ ਤਾਂ ਨਹੀਂ ਨਾ, ਬੰਦੇ ਤਾਂ ਆਰਮੀ ਨੇ ਵੀ ਮਾਰੇ ਨੇ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ 'ਚ ਕੀਤਾ, ਇਸ ਕਰਕੇ ਹੀ ਇਹਨਾਂ ਦਾ ਨਾਂ ਲੱਗਦਾ ਆ। ਇਸ ਗੱਲ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਾਉਂਦੇ? ਫਿਰ ਜਿੱਤ ਕਿਉਂ ਜਾਂਦੇ ਨੇ ਰਵਨੀਤ ਬਿੱਟੂ ਹਰ ਵਾਰ? ਜੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਂ ਵੋਟਰਾਂ ਨੂੰ ਰਵਨੀਤ ਬਿੱਟੂ ਦੇ ਬਿਆਨ ਇੰਨੇ ਬੁਰੇ ਲੱਗਦੇ ਹੁੰਦੇ, ਤੁਹਾਨੂੰ ਨਹੀਂ ਲੱਗਦਾ ਸੀ ਫਿਰ ਉਹ ਜਿੱਤ ਨਹੀਂ ਸਕਦੇ ਸੀ? ਨਹੀਂ, ਮੈਂ ਇਹ ਗੱਲ ਤੁਹਾਨੂੰ ਦੱਸਦਾ, ਮੇਰੀ ਗੱਲ ਸੁਣੋ। ਜਿੱਤੀ ਤਾਂ ਇੰਦਰਾ ਵੀ ਸੀ, ਦਰਬਾਰ ਸਾਹਿਬ ਤੇ ਹਮਲਾ ਕਰਕੇ ਵੀ ਜਿੱਤ ਗਈ। ਉਹ ਤਾਂ ਚਲੋ ਸਾਰੇ ਇੰਡੀਆ ਦੀ, ਆਲ ਓਵਰ ਇੰਡੀਆ ਦੀ ਗੱਲ ਹੋ ਗਈ ਸੀ ਨਾ। ਇਹ ਤਾਂ ਇੱਕ ਮੈਂ ਪੰਜਾਬ ਦੀ ਲੋਕ ਸਭਾ ਦਾ ਲੁਧਿਆਣੇ ਤੋਂ। ਹਾਂਜੀ ਬਿਲਕੁਲ, ਮੈਂ ਪੰਜਾਬ ਦੀ ਤੁਹਾਨੂੰ ਗੱਲ ਦੱਸਦਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਉਹਨਾਂ ਦਾ ਗੁੱਸਾ ਬੇਅੰਤ ਸਿੰਘ ਨਾਲ ਸੀਗੀ, ਬੇਅੰਤ ਦੇ ਪਰਿਵਾਰ ਨਾਲ ਨਹੀਂ ਸੀ। ਤੁਸੀਂ ਇਹ ਗੱਲ, ਕਿਉਂਕਿ ਬੇਅੰਤ ਦੇ ਪਰਿਵਾਰ ਤੇ ਹੋਰ ਵੀ ਬੜੇ ਐਲੀਗੇਸ਼ਨ ਲੱਗੇ ਨੇ, ਇਹ ਤੁਸੀਂ ਸਗੋਂ ਇਹ ਮਿਹਣਾ ਮਾਰਨ ਦੀ ਬਜਾਏ ਇਹ ਲੋਕਾਂ ਦੀ ਸਿਫਤ ਕਰਨੀ ਚਾਹੀਦੀ ਕਿ ਉਹਨਾਂ ਦਾ ਕਿੰਨਾ ਵਿਸ਼ਾਲ ਹਿਰਦਾ ਆ। ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਤੁਹਾਡੇ ਪਰਿਵਾਰ ਨੂੰ ਲੋਕ ਵੋਟਾਂ ਪਾ ਰਹੇ ਨੇ, ਤੈਨੂੰ ਤਾਂ ਸਗੋਂ ਲੋਕਾਂ ਦਾ ਅਹਿਸਾਨਮੰਦ ਹੋਣਾ ਚਾਹੀਦਾ ਵੀ ਐਡੇ ਵੱਡੇ ਗੁਨਾਹ ਕਰਨ ਤੋਂ ਬਾਅਦ ਵੀ ਲੋਕੀ ਮੈਨੂੰ ਵੋਟਾਂ ਪਾ ਰਹੇ ਨੇ। ਕਿਉਂਕਿ ਰਵਨੀਤ ਬਿੱਟੂ ਦਾ ਜਿਹੜਾ ਉਂਝ ਸੁਭਾਅ ਆ ਆਮ ਲੋਕਾਂ 'ਚ, ਉਹ ਲੋਕਾਂ 'ਚ ਠੀਕ ਆ, ਪਰ ਜਦੋਂ ਉਹ ਕਿਸੇ ਚੈਨਲ ਤੇ ਆ ਕੇ ਬੋਲਦਾ ਆ ਤੇ ਉਹਨੂੰ ਲੱਗਦਾ ਵੀ ਜੇ ਮੈਂ ਇਹ ਗੱਲਾਂ ਨਾ ਕੀਤੀਆਂ ਤੇ ਸ਼ਾਇਦ ਜਿਹੜੀ ਇੱਥੇ ਕੋਈ ਬਹੁ ਗਿਣਤੀ ਆ ਜਾਂ ਬਹੁ ਗਿਣਤੀਆਂ ਦਾ ਜਿਨ੍ਹਾਂ ਦਾ ਦੇਸ਼ ਆ, ਕਿਤੇ ਉਹ ਨਾ ਕਹਿ ਦੇਣ ਵੀ ਇਹ ਤਾਂ ਹੁਣ ਜਿਹੜਾ ਸਿੱਖੀ ਵੱਲ ਝੁਕ ਗਿਆ ਆ। ਨਹੀਂ, ਉਹ ਇਹੀ ਕਹਿ ਰਹੇ ਨੇ ਨਾ ਬਾਬਾ ਜੀ ਕਿ ਮੈਨੂੰ ਡਰ ਹੈ ਕਿ ਅੰਮ੍ਰਿਤਪਾਲ ਪੰਜਾਬ ਨੂੰ ਉਸੇ ਦੌਰ 'ਚ ਲੈ ਜਾਊਗਾ
ਇਸ ਕਰਕੇ ਉਹ ਕਹਿੰਦੇ ਮੈਂ ਅੰਮ੍ਰਿਤਪਾਲ ਦਾ ਵਿਰੋਧ ਕਰ ਰਿਹਾ, ਇਸੇ ਕਰਕੇ ਉਹ ਕਹਿੰਦੇ ਮੈਂ ਕਹਿ ਰਿਹਾ ਸਰਕਾਰ ਨੂੰ ਕਿ ਡਰੇ ਨਾ, ਕਾਰਵਾਈ ਕਰੇ। ਦੇਖੋ, ਮੈਂ ਨਾ ਅੰਮ੍ਰਿਤਪਾਲ ਦਾ ਵਕੀਲ ਆ, ਨਾ ਮੈਂ ਉਹਦੀ ਵਕਾਲਤ ਕਰਦਾ, ਪਰ ਹਕੀਕਤ ਤੋਂ ਜਾਣੋ ਜ਼ਰੂਰ ਹੋਣਾ ਚਾਹੀਦਾ। ਮੇਰੀ ਗੱਲ ਹੁਣ ਧਿਆਨ ਨਾਲ ਸਮਝਿਓ। ਕਾਲੇ ਦੌਰ ਦੇ ਵਿੱਚ ਐਵਰੇਜ 5 ਬੰਦੇ ਮਰਦੇ ਸੀ ਪਰ ਡੇ। ਅੱਜ 5 ਬੰਦੇ ਇੱਕ ਜ਼ਿਲ੍ਹੇ 'ਚ ਮਰੀ ਜਾਂਦੇ ਨੇ ਨਸ਼ੇ ਦੇ ਨਾਲ। ਇਹ ਸੁਨਹਿਰੀ ਦੌਰ ਆ। ਇਸ ਸੁਨਹਿਰੀ ਦੌਰ ਦਾ ਸਿਹਰਾ ਬੰਨ ਲੈਣਾ ਆਪਣੇ ਸਿਰ ਵੀ ਇਹਨਾਂ ਨੇ ਪੰਜਾਬ ਨੂੰ ਨਸ਼ੇ 'ਚ ਡੋਬ ਦਿੱਤਾ। ਜੇ ਕੋਈ ਨੌਜਵਾਨ ਆ ਕੇ ਇਹ ਗੱਲ ਕਰਦਾ ਆ ਵੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣਾ ਚਾਹੀਦਾ, ਅੰਮ੍ਰਿਤ ਛਕਾਉਣਾ ਚਾਹੀਦਾ, ਜੇ ਕੋਈ ਬੰਦਾ ਚੰਗੇ ਕੰਮ ਕਰਦਾ ਆ ਤਾਂ ਉਹ ਤੋਂ ਗਲਤੀਆਂ ਵੀ ਹੁੰਦੀਆਂ ਨੇ, ਸੰਭਾਵਨਾ ਹੁੰਦੀ ਆ, ਤਾਂ ਸਗੋਂ ਇਹ ਚਾਹੀਦਾ ਆ ਕਿ ਉਹਦੀ ਹੈਲਪ ਕਰਕੇ ਜੇ ਉਹ ਕੁਝ ਗਲਤ ਕਰਦਾ ਜਾਂ ਉਹਦੇ ਤੋਂ ਕੁਝ ਇੱਦਾਂ ਦੀ ਗਲਤੀ ਹੁੰਦੀ ਆ ਤਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਉਹਨੂੰ ਉਸ ਪਾਸੇ ਵੱਲ ਨੂੰ ਧੱਕਿਆ ਜਾਏ ਕਿ ਉਹ ਜਿਹੜੀ 92 ਵਾਲੀ ਸਥਿਤੀ ਦੀ ਗੱਲ ਕਰਦੇ ਨੇ ਇਹ ਵੀ ਉਸ ਪਾਸੇ ਨੂੰ ਨੌਜਵਾਨ ਜਾਣ, ਉਹਨਾਂ ਨੂੰ ਇੰਨਾ ਜ਼ਿਆਦਾ ਪ੍ਰੈਸ਼ਰ ਕਰ ਦਿੱਤਾ ਜਾਵੇ। ਮੈਂ ਬੜੀ ਵਾਰੀ ਇਹ ਗੱਲ ਕਰ ਰਿਹਾ ਹੁੰਦਾ ਕਿ ਦੀਪ ਸਿੱਧੂ ਅਕਸਰ ਕਹਿੰਦਾ ਹੁੰਦਾ ਕਿ ਸਟੇਟ ਉਹ ਉਦਾਂ ਦੇ ਹਾਲਾਤ ਪੈਦਾ ਕਰਦੀ ਆ, ਸਟੇਟ ਉਸ ਪਾਸੇ ਨੂੰ ਬੰਦਿਆਂ ਨੂੰ ਧੱਕਦੀ ਆ ਕਿ ਉਹਨਾਂ ਕੋਲ ਰਾਹ ਨਹੀਂ ਰਹਿ ਜਾਂਦਾ। ਜੇ 92 ਵਾਲਾ ਦੌਰ ਲੈ ਕੇ ਆਉਣਾ ਆ ਤੇ ਉਹ ਸਟੇਟ ਨੇ ਲੈ ਕੇ ਆਉਣਾ ਆ, ਉਹ ਅੰਮ੍ਰਿਤਪਾਲ ਨੇ ਨਹੀਂ ਲੈ ਕੇ ਆਉਣਾ। ਅੱਛਾ ਚਲੋ, ਦੇਖੋ ਤੁਸੀਂ ਵੀ ਜੇਲਾਂ ਕੱਟੀਆਂ ਨੇ, ਤੁਸੀਂ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਤੁਹਾਡਾ ਨਾਮ ਵੀ ਆਇਆ, ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ? ਤੁਹਾਨੂੰ ਆਪਣੀ ਜ਼ਿੰਦਗੀ ਠੀਕ ਲੱਗਦੀ ਹੈ? ਬਹੁਤ ਵਧੀਆ ਲੱਗਦੀ ਹੈ ਜੀ। ਮੈਂ ਜੇ ਤੁਹਾਨੂੰ ਦੇਖ ਕੇ ਕੋਈ ਹੋਰ ਨੌਜਵਾਨ ਵੀ ਇਸੇ ਤਰੀਕੇ ਦੇ ਨਾਲ ਆ ਰਿਹਾ ਤਾਂ ਤੁਹਾਨੂੰ ਲੱਗਦਾ ਕਿ ਉਹ ਠੀਕ ਹੋਊਗਾ? ਨਹੀਂ, ਮੈਂ ਜਿਸ ਦੌਰ 'ਚ ਜਦੋਂ ਮੈਂ ਆਇਆ ਉਦਾਂ ਦੇ ਹੁਣ ਹਾਲਾਤ ਨਹੀਂ ਹੈਗੇ, ਭਾਵੇਂ ਉਦੋਂ ਬਦਤਰ ਨੇ ਕਈ ਗੱਲਾਂ, ਪਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਆ, ਜਦੋਂ ਦਿੱਲੀ ਦੇ ਵਿੱਚ ਜੋ ਦਿੱਲੀ ਦੇ ਹਾਲਾਤ ਨੇ, ਉਹ ਤਾਂ ਮੈਂ ਚੈਨਲ ਤੇ ਬੜੀ ਵਾਰੀ ਤੁਹਾਡੇ ਬਿਆਨ ਵੀ ਕੀਤੇ ਨੇ ਕਿ ਉਹ ਕੀ ਹਾਲਾਤ ਸੀਗੇ। ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਾਨੂੰ ਘਰਾਂ 'ਚ ਨਹੀਂ ਸੀ ਰਹਿਣਾ ਚਾਹੀਦਾ, ਕਿਉਂਕਿ ਜਿਹੜੇ ਕੌਮ ਦੇ ਸਿਰਾਂ ਦੇ ਉੱਤੇ ਪੱਗ ਹੈ ਤੇ ਉਹਨਾਂ ਦੇ ਮੱਕੇ ਨੂੰ, ਉਹਨਾਂ ਦੇ ਸਭ ਤੋਂ ਪਵਿੱਤਰ ਤੇ ਜਿਹੜੀ ਸਭ ਤੋਂ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ, ਜਿਹੜੀ ਰੂਹ ਨਾਲ ਟੱਚ ਹੈ ਦਰਬਾਰ ਸਾਹਿਬ, ਉਹਦੇ ਉੱਤੇ ਹਮਲਾ ਹੋ ਜਾਵੇ ਔਰ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਰੇਪ ਹੋ ਜਾਣ, ਫਿਰ ਉਸ ਕੌਮ ਦੇ ਨੌਜਵਾਨ ਪੱਗਾਂ ਬੰਨ੍ਹ ਕੇ ਮੁੱਛ ਨੂੰ ਤਾਹ ਨਹੀਂ ਦੇ ਸਕਦੇ। ਉਹਨਾਂ ਨੂੰ ਇਸ ਪਾਸੇ ਆਉਣਾ ਹੀ ਚਾਹੀਦਾ ਸੀ ਔਰ ਉਹ ਫੈਸਲਾ ਸਾਡਾ ਬਿਲਕੁਲ ਸਹੀ ਸੀ। ਉਤੋਂ ਅਸੀਂ ਕਦੀ ਵੀ ਡਿਨਾਈ ਨਹੀਂ ਕਰਾਂਗੇ ਕਿ ਅਸੀਂ ਉਹ ਫੈਸਲਾ ਗਲਤ ਲਿਆ ਸੀ ਜਾਂ ਅਸੀਂ ਕਿਸੇ ਵਹਿਣ 'ਚ ਬਹਿ ਗਏ ਜਾਂ ਅਸੀਂ ਜਜ਼ਬਾਤੀ ਹੋ ਗਏ। ਨਹੀਂ, ਅਸੀਂ ਸੋਚ ਸਮਝ ਕੇ ਸਟੈਪ ਲਿਆ ਸੀ ਔਰ ਉਸ ਸਟੈਪ ਤੇ ਸਾਨੂੰ ਸਦਾ ਹੀ ਮਾਣ ਆ। ਔਰ ਜੇ ਦਰਬਾਰ ਸਾਹਿਬ ਦੇ ਉੱਤੇ ਕੋਈ ਹਕੂਮਤ ਹਮਲਾ ਕਰਦੀ ਆ ਜਾਂ ਇਦਾਂ ਦੇ ਕੰਮ ਕੋਈ ਪੰਜਾਬ 'ਚ ਹੁੰਦੇ ਨੇ ਤਾਂ ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਕੌਮ ਦੇ ਵਿੱਚ ਜਿਹੜੇ ਨੌਜਵਾਨ ਨੇ, ਕੌਮ ਦੇ ਵਿੱਚ ਜਿਹੜੀ ਚਿਣਗ ਆ ਗੁਰੂ ਸਾਹਿਬਾਨਾਂ ਵੱਲੋਂ ਲਾਈ ਹੋਈ ਹੱਕਾਂ ਲਈ ਲੜਨ ਲਈ, ਉਹ ਉਦਾਂ ਹੀ ਹੁੰਦੀ ਆ। ਉਹ ਕਿਸੇ ਦੇ ਕਹਿਆਂ ਸੁਣਿਆ ਨਹੀਂ, ਕੋਈ ਬੰਦਾ ਕਿਸੇ ਦੇ ਕਹਿਆਂ ਨਹੀਂ ਮਰਦਾ ਜੀ। ਜਦੋਂ ਬੰਦਾ ਮਰਨ ਤੁਰਦਾ ਆ, ਉਹ ਬਹੁਤ ਵੱਡੀਆਂ ਗੱਲਾਂ ਨੇ, ਉਹ ਇਹਨਾਂ ਲੋਕਾਂ ਦੀ ਸਮਝ ਤੋਂ ਬਿਲਕੁਲ ਹੀ ਬਾਹਰ ਨੇ। ਤੁਸੀਂ ਇਹ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਦੇ ਖਿਲਾਫ ਰਵਨੀਤ ਬਿੱਟੂ ਨੂੰ ਬੋਲਣਾ ਨਹੀਂ ਚਾਹੀਦਾ? ਨਹੀਂ, ਉਹ ਬੋਲੇ, ਮੈਂ ਨਹੀਂ ਕਹਿੰਦਾ ਵੀ ਬੋਲਣਾ ਨਹੀਂ ਚਾਹੀਦਾ। ਵੇਖੋ, ਇਹ ਸਾਡਾ ਹੱਕ ਆ ਕਿ ਅਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ, ਪਰ ਜਿਸ ਤਰੀਕੇ ਦੀ ਭਾਸ਼ਾ ਵਰਤੀ ਜਾਂਦੀ ਆ, ਇਹ ਭਾਸ਼ਾ ਨਹੀਂ ਵਰਤਣੀ ਚਾਹੀਦੀ ਵੀ 2 ਮਿੰਟ ਲੱਗਦੇ ਨੇ ਜੀ, ਤੁਹਾਡੇ ਭੋਗ ਨਹੀਂ ਪੈਣਗੇ ਜਾਂ ਇਦਾਂ ਦੀਆਂ ਗੱਲਾਂ। ਮੈਂ ਦੋਨਾਂ ਪਾਸੇ ਗੱਲ ਕਰਦਾ ਕਿ ਦੋਨਾਂ ਪਾਸੇ ਇਹ ਗੱਲ ਨਹੀਂ ਹੋਣੀ ਚਾਹੀਦੀ, ਸਾਰਥਿਕ ਗੱਲ ਹੋਣੀ ਚਾਹੀਦੀ ਆ। ਬਿਲਕੁਲ, ਜੇ ਭਾਈ ਅੰਮ੍ਰਿਤਪਾਲ ਸਿੰਘ ਵੀ ਇਹ ਕਹਿਣ ਵੀ ਅਸੀਂ ਤੈਨੂੰ ਉਡਾ ਦਿਆਂਗੇ, ਐਂ ਕਰ ਦਾਂਗੇ, ਇਹ ਵੀ ਨਹੀਂ ਗੱਲ ਹੋਣੀ ਚਾਹੀਦੀ, ਕਿਉਂਕਿ ਧਮਕੀ ਆਈ ਆ ਨਾ ਬਾਹਰਲੇ ਨੰਬਰ ਤੋਂ। ਉਹਨਾਂ ਨੇ ਸ਼ਿਕਾਇਤ, ਨਹੀਂ, ਉਹਨਾਂ ਨੇ ਪਹਿਲਾਂ ਕਿਹਾ ਸੀ ਐਨਕਾਊਂਟਰ ਦੀ ਗੱਲ ਰਵਨੀਤ ਬਿੱਟੂ ਨੇ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ। ਪਰ ਫਿਰ ਵੀ ਮੈਂ ਇਹ ਕਹਿਣਾ ਵੀ ਡਿਬੇਟ ਜਿਹੜੀ ਆ ਜਾਂ ਗੱਲਬਾਤ ਜਿਹੜੀ ਆ, ਉਹ ਬਹੁਤ ਸਾਰਥਿਕ ਇਦਾਂ ਦੀ ਹੋਣੀ ਚਾਹੀਦੀ ਆ ਕਿ ਘੱਟੋ ਘੱਟ ਸੁਣਨ ਵਾਲੇ ਲੋਕਾਂ ਨੂੰ ਇਹ ਨਾ ਲੱਗੇ ਵੀ ਇਹ ਸਿਰਫ ਵਿਰੋਧੀ ਆ। ਜੇ ਉਹਨੂੰ ਲੱਗਦਾ ਵੀ ਆਹ ਗੱਲ ਅੰਮ੍ਰਿਤਪਾਲ ਸਿੰਘ ਦੀ ਗਲਤ ਆ ਤੇ ਉਹਨੂੰ ਐਂ ਹੀ ਕਹਿਣਾ ਚਾਹੀਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈਗਾ। ਪਰ ਉਹਨੂੰ ਇਹ ਥੋੜਾ ਕਹਿਣਾ ਚਾਹੀਦਾ ਵੀ ਇਹ ਤੇ ਅੱਤਵਾਦ ਵਾਲ ਨੂੰ ਤੁਰ ਪਿਆ, ਇਹ ਤੇ ਹੁਣ ਅੱਤਵਾਦ ਲੈ ਕੇ ਆਊਗਾ, ਇਹ ਤੇ ਹੁਣ ਪੰਜਾਬ ਨੂੰ ਬਰਬਾਦ ਕਰ ਦੂਗਾ। ਐਵੇਂ ਨਹੀਂ ਕੁਝ ਹੁੰਦਾ। ਵਿਰੋਧ ਕਰਨ ਦਾ ਇੱਕ ਤਰੀਕਾ ਆ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਵਿਰੋਧ ਨਾ ਕਰਨ, ਕਿਉਂਕਿ ਕਿਸੇ ਦੀ ਜ਼ੁਬਾਨ ਬੰਦ ਕਰਨਾ ਵੀ ਬਹੁਤ ਵੱਡਾ ਗੁਨਾਹ ਹੁੰਦਾ ਆ। ਵਿਰੋਧ ਕਰੋ, ਪਰ ਵਿਰੋਧ ਇੱਕ ਢੰਗ ਤਰੀਕਾ ਹੁੰਦਾ। ਤੁਸੀਂ ਕਿਸੇ ਦੇ ਪਰਿਵਾਰ ਤੱਕ ਅੱਪੜ ਜਾਓ, ਤੁਸੀਂ ਕਿਸੇ ਦੀਆਂ ਧੀਆਂ ਭੈਣਾਂ ਤੱਕ ਅੱਪੜ ਜਾਓ, ਤੁਸੀਂ ਕਿਸੇ ਨੂੰ ਦੱਲਾ ਜਾਹਲ, ਇਹ ਦੂਜੇ ਪਾਸੇ ਵੀ ਇਦਾਂ ਦੇ ਕੁਝ ਬੰਦੇ। ਔਰ ਮੈਂ ਇਹ ਕਹਿਣਾ ਕਿ ਹੋ ਸਕਦਾ ਅੰਮ੍ਰਿਤਪਾਲ ਸਿੰਘ ਨੂੰ ਇਸ ਗੱਲ ਦਾ ਪਤਾ ਵੀ ਨਾ ਹੋਏ ਵੀ ਕਿਹੜੀਆਂ ਆਈਡੀਆਂ ਤੋਂ ਕਿਹੜੇ ਬੰਦੇ ਬੋਲ ਰਹੇ ਨੇ, ਕੀ ਬੋਲ ਰਹੇ ਨੇ। ਇਹ ਸੰਜੀਦਗੀ ਹੋਣੀ ਚਾਹੀਦੀ ਆ ਕਿ ਜਿਹੜੇ ਰਿਐਕਸ਼ਨ ਇਸ ਸੋਸ਼ਲ ਨੈਟਵਰਕ ਤੇ ਆ ਰਹੇ ਨੇ, ਉਹਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਕਿ ਉਹ ਕੀ ਕੌਣ ਕਹਿ ਰਿਹਾ। ਜਿੰਨਾ ਚਿਰ ਤੁਹਾਡੇ ਸਾਹਮਣੇ ਆ ਕੇ ਕੋਈ ਬੰਦਾ ਗੱਲ ਨਹੀਂ ਕਰਦਾ ਜਾਂ ਇੱਕ ਵੀਡੀਓ ਦੇ ਰੂਪ 'ਚ ਗੱਲ ਨਹੀਂ ਕਰਦਾ ਵੀ ਮੈਂ ਆ ਗੱਲ ਕਰ ਰਿਹਾ, ਮੈਂ ਬਖਸ਼ੀਸ਼ ਸਿੰਘ ਆ ਤੇ ਮੈਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਆ ਕਹਿ ਰਿਹਾ ਵੀ ਭਾਈ ਸਾਹਿਬ ਤੁਸੀਂ ਇੱਥੇ ਰਹੋਗੇ, ਮੈਂ ਕਹਾਂ
ਕੋਈ ਦੂਜਾ ਆ ਕੇ ਕਹੇ ਵੀ ਫਲਾਣੇ ਨੇ ਆ ਗੱਲ ਕਹੀ ਹੈ ਉਹਦੇ ਉੱਤੇ ਰਿਐਕਟ ਕਰਨਾ, ਇਹ ਇਦਾਂ ਦਾ ਕੁਛ ਜਿਹੜਾ ਚੱਲ ਰਿਹਾ ਇਹ ਨਹੀਂ ਹੋਣਾ ਚਾਹੀਦਾ। ਸਾਨੂੰ ਇਹ ਬਿਲਕੁਲ ਨਹੀਂ ਹੈਗਾ ਕਿ ਰਵਨੀਤ ਸਿੰਘ ਜਿਹੜੇ ਬਿੱਟੂ ਹੁਣੀ ਨੇ ਵੀ ਉਹ ਗੱਲ ਨਾ ਕਰਨ, ਉਹ ਗੱਲ ਕਰਨ ਜਿੱਥੇ ਉਹਨਾਂ ਨੂੰ ਲੱਗਦਾ ਵੀ ਭਾਈ ਅਮਰਪਾਲ ਸਿੰਘ ਤੇ ਗਲਤ ਮਰਿਆਦਾ ਤੁਸੀਂ ਕਹਿ ਰਹੇ ਹੋ ਕਿ ਰੱਖਣੀ ਚਾਹੀਦੀ, ਬਿਲਕੁਲ ਰੱਖਣੀ ਚਾਹੀਦੀ ਹੈ, ਕਿਉਂਕਿ ਵਿਰੋਧੀ ਨੂੰ ਜੇ ਆਪਾਂ ਸੁਣਦੇ ਨਹੀਂ ਤਾਂ ਫਿਰ ਤੁਸੀਂ ਅੱਗੇ ਕਦੀ ਵੀ ਲੰਘ ਨਹੀਂ ਸਕਦੇ। ਸੁਣਨ ਦੀ ਸਮਰੱਥਾ ਜਿਹੜੀ ਆ ਉਹ ਲੀਡਰ ਦੇ ਵਿੱਚ ਬਹੁਤ ਜ਼ਿਆਦੀ ਹੋਣੀ ਚਾਹੀਦੀ ਆ, ਸਹਿਨਸ਼ੀਲਤਾ ਹੋਣੀ ਚਾਹੀਦੀ ਆ, ਤਾਂ ਹੀ ਉਹਨੂੰ ਪਤਾ ਲੱਗਦਾ ਕਿ ਲੋਕੀ ਮੇਰੇ ਬਾਰੇ ਕੀ ਸੋਚਦੇ ਨੇ। ਵਿਰੋਧੀ ਕਿਉਂਕਿ ਜਿਹੜੇ ਅਸੀਂ ਆਪਣੇ ਆ, ਅਸੀਂ ਤੇ ਉਹ ਗਲਤ ਵੀ ਹੋਇਆ ਤਾਂ ਹੋ ਸਕਦਾ ਅਸੀਂ ਵਿਰੋਧ ਨਾ ਕਰ ਸਕੀਏ, ਪਰ ਦੂਜਿਆਂ ਨੇ ਉਹਦੀਆਂ ਕਮੀਆਂ ਕੱਢ ਕੇ ਅੱਗੇ ਰੱਖਣੀਆਂ ਨੇ ਤੇ ਉਹਨਾਂ ਕਮੀਆਂ ਤੋਂ ਆਪਾਂ ਸਿੱਖ ਕੇ ਅੱਗੇ ਲੰਘਣਾ ਹੈ। ਫਿਰ ਤੁਹਾਨੂੰ ਨਹੀਂ ਲੱਗਦਾ ਕਿ ਅੰਮ੍ਰਿਤਪਾਲ ਨੇ ਜਿਹੜਾ ਉਹ ਚੈਲੰਜ ਇੱਕ ਦਿੱਤਾ ਸੀ ਕਿ ਮੇਰੇ ਨਾਲ ਬਹਿਸ ਕਰ ਸਕਦੇ ਨੇ ਖਾਲਿਸਤਾਨ ਦੇ ਮੁੱਦੇ ਤੇ, ਉਹ ਕਹਿੰਦੇ ਕਿ ਮੈਂ ਸਮਝਾ ਦੂੰਗਾ ਕਿ ਕਿਉਂ ਜ਼ਰੂਰਤ ਹੈ, ਤੇ ਕਰਨ ਜੀ ਫਿਰ ਰਵਨੀਤ ਬਿੱਟੂ ਨੂੰ ਐਕਸੈਪਟ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ। ਜੇ ਉਹਨੂੰ ਲੱਗਦਾ ਆ ਵੀ ਅੰਮ੍ਰਿਤਪਾਲ ਗਲਤ ਆ ਤੇ ਖਾਲਿਸਤਾਨ ਦੀ ਮੰਗ ਗਲਤ ਆ ਤੇ ਉਹ ਚੈਲੰਜ ਕਬੂਲ ਕਰਕੇ ਕਿਸੇ ਵੀ ਵੱਡੇ ਚੈਨਲ ਦੇ ਉੱਤੇ ਆ ਕੇ ਡਿਬੇਟ ਕਰ ਲੈਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਔਰ ਦੂਜੀ ਗੱਲ ਇਹ ਹੀ ਨਹੀਂ ਕੱਲਾ ਕਿ ਉੱਥੇ ਕੱਲਾ ਜਿਹੜਾ ਰਵਨੀਤ ਬਿੱਟੂ ਹੀ ਬੈਠੇ, ਆਪਣੇ ਹੋਰ ਬੰਦੇ ਲਾਏ, ਅੰਮ੍ਰਿਤਪਾਲ ਸਿੰਘ ਦੇ ਨਾਲ ਵੀ 2-4 ਬੰਦੇ ਬਹਿ ਜਾਣਗੇ ਕਿ ਡਿਬੇਟ ਹੋ ਜੇ ਪੂਰੀ, ਉਹਦੇ ਉੱਤੇ ਸਾਰਥਿਕ ਡਿਬੇਟ ਹੋਏ, ਗਾਲੋ ਗਾਲੀ ਜਾਂ ਲੜਾਈ ਵਾਲੀ ਗੱਲ ਨਾ ਹੋਵੇ, ਪੁਆਇੰਟ ਤੋਂ ਪੁਆਇੰਟ ਐਗਜ਼ਾਮਪਲ ਦਿੱਤੇ ਜਾਣ ਤੇ ਸਹੀ ਉਸ ਦਲੀਲ ਨਾਲ ਪੱਖ ਰੱਖਿਆ ਜਾਏ। ਮੈਂ ਤਾਂ ਸਗੋਂ ਚਾਹੁੰਦਾ ਕਿ ਖਾਲਿਸਤਾਨ ਦੀ ਲਗਾਤਾਰ ਡਿਬੇਟ ਹੋਣੀ ਚਾਹੀਦੀ ਆ, ਕਿਉਂਕਿ ਜੇ ਹੋਰ ਗੱਲਾਂ ਤੇ ਹੋ ਸਕਦੀ ਆ, ਹਿੰਦੂ ਰਾਸ਼ਟਰ ਤੇ ਹੋ ਸਕਦੀ ਆ, ਇੰਡੀਆ ਤੇ ਹੋ ਸਕਦੀ ਆ, ਚੀਨ ਤੇ ਹੋ ਸਕਦੀ ਆ, ਪਾਕਿਸਤਾਨ ਤੇ ਹੋ ਸਕਦੀ ਆ, ਤੇ ਖਾਲਿਸਤਾਨ ਤੇ ਡਿਬੇਟ ਕਿਉਂ ਨਹੀਂ ਹੋ ਸਕਦੀ? ਖਾਲਿਸਤਾਨ ਨੂੰ ਇੱਕ ਇਦਾਂ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਵੀ ਜਦੋਂ ਖਾਲਿਸਤਾਨ ਦੀ ਗੱਲ ਕਰੋ ਤੁਸੀਂ ਅੱਤਵਾਦੀ ਹੋ, ਬਸ ਕਿਸੇ ਮੁਲਕ ਦੀ ਗੱਲ ਕਰਨੀ, ਕਿਸੇ ਰਾਜ ਦੀ ਗੱਲ ਕਰਨੀ ਜਾਂ ਰਾਜ ਦਾ ਸੁਪਨਾ ਲੈਣਾ, ਇਹ ਕਿਹੜਾ ਗੁਨਾਹ ਆ? ਕੋਈ ਵੀ ਬੰਦਾ ਕਹਿ ਸਕਦਾ ਮੈਂ ਬਾਦਸ਼ਾਹ, ਮੈਂ ਚਾਹੁੰਦਾ ਵੀ ਮੇਰਾ ਰਾਜ ਹੋਵੇ, ਇਹਦੇ ਵਿੱਚ ਮਤਲਬ ਕੀ ਗੁਨਾਹ ਆ ਵੀ ਇਹਦੇ ਤੇ ਡਿਬੇਟ ਨਾ ਹੋਏ? ਤੁਸੀਂ ਪੁੱਛੋ ਵੀ ਕਿਉਂ ਤੁਹਾਨੂੰ ਖਾਲਿਸਤਾਨ ਚਾਹੀਦਾ, ਕਿਉਂ ਤੁਸੀਂ ਇੰਡੀਆ 'ਚ ਨਹੀਂ ਰਹਿਣਾ ਚਾਹੁੰਦੇ, ਅਸੀਂ ਆਪਣਾ ਪੱਖ ਪੇਸ਼ ਕਰਾਂਗੇ। ਅੰਮ੍ਰਿਤਪਾਲ ਸਿੰਘ ਕੀ ਕੋਈ ਵੀ ਕਿਸੇ ਵੀ ਬੰਦੇ ਨਾਲ ਡਿਬੇਟ ਕਰ ਸਕਦੇ ਆ। ਇਹਦੇ ਨਾਲ ਹੀ ਹੈ, ਤੁਸੀਂ ਹੁਣ ਗੱਲ ਇਹ ਛੇੜੀ ਹੋ ਹੈ। ਜੇ ਮੈਂ ਸਵਾਲ ਕਰਾਂ ਤੁਹਾਨੂੰ ਕਿ ਸਿੱਖਾਂ ਦੀ ਅਸਲ ਲੜਾਈ ਕਿਹਦੇ ਨਾਲ ਹੈ ਇਸ ਵੇਲੇ, ਜੇਕਰ ਕਹੀਏ ਕੇਂਦਰ ਨਾਲ ਹੈ, ਪੰਜਾਬ ਸਰਕਾਰ ਨਾਲ ਹੈ, ਜਾਂ ਕਿਹਦੇ ਨਾਲ ਹੈ, ਲੋਕਾਂ ਦੇ ਨਾਲ ਹੈ, ਕਿਹਦੇ ਨਾਲ ਹੈ? ਬਿਲਕੁਲ, ਬਹੁਤ ਦਰੁਸਤ ਤੇ ਬੜਾ ਵਧੀਆ ਸਵਾਲ ਆ ਕਿ ਸਿੱਖਾਂ ਦੀ ਅਸਲ ਲੜਾਈ ਕਿਹਦੇ ਨਾਲ ਆ। ਸਿੱਖਾਂ ਦੀ ਲੜਾਈ ਭਗਵੰਤ ਮਾਨ ਨਾਲ ਨਹੀਂ ਹੈਗੀ, ਸਿੱਖਾਂ ਦੀ ਲੜਾਈ ਮੋਦੀ ਨਾਮ ਦੇ ਪ੍ਰਧਾਨ ਮੰਤਰੀ ਨਾਲ ਨਹੀਂ ਹੈਗੀ, ਸਿੱਖਾਂ ਦੀ ਲੜਾਈ ਆ ਉਸ ਸਿਸਟਮ ਦੇ ਨਾਲ ਜਿਨਨੇ ਨਿਆਂ ਨਹੀਂ ਕੀਤਾ। ਸਿੱਖਾਂ ਦੀ ਲੜਾਈ ਉਹਨਾਂ ਨਾਲ ਆ ਜਿਹੜਾ ਨਿਜ਼ਾਮ ਲੋਕਾਂ ਨੂੰ ਇਨਸਾਫ ਨਹੀਂ ਦੇ ਰਿਹਾ, ਲੰਮੇ ਸਮੇਂ ਤੋਂ ਨਹੀਂ ਦੇ ਰਿਹਾ, ਲੋਕਾਂ ਨੂੰ ਕੁਚਲ ਰਿਹਾ ਆ। ਇੱਥੇ ਬਰਾਬਰੀ ਨਹੀਂ ਹੈਗੀ, ਇੱਥੇ ਕੋਈ ਵੀ ਜਿਹੜਾ ਸਿੱਖੀ ਦਾ ਸੰਕਲਪ ਆ, ਜਿਹੜਾ ਸਿਧਾਂਤ ਆ ਸੰਗਤ ਤੇ ਪੰਗਤ ਦਾ, ਉਹ ਗੱਲਾਂ ਇਸ ਕੰਟਰੀ 'ਚ ਕਿਤੇ ਨਹੀਂ ਹੈਗੀਆਂ। ਇੱਥੇ ਗਰੀਬ ਵਾਸਤੇ ਹੋਰ, ਅਮੀਰ ਵਾਸਤੇ ਹੋਰ, ਸਿੱਖ ਵਾਸਤੇ ਹੋਰ, ਹਿੰਦੂ ਵਾਸਤੇ ਹੋਰ, ਮੁਸਲਿਮ ਵਾਸਤੇ ਹੋਰ ਤੇ ਕ੍ਰਿਸਚਨ ਵਾਸਤੇ ਹੋਰ। ਇਹ ਅਲੱਗ-ਅਲੱਗ ਕੈਟਾਗਰੀਆਂ ਨੇ ਜਿਨ੍ਹਾਂ ਨੂੰ ਅਸੀਂ ਮਿਟਾਉਣਾ ਚਾਹੁੰਦੇ ਆ ਤੇ ਸਾਡੀ ਲੜਾਈ ਸਿਸਟਮ ਨਾਲ ਆ। ਸਿਸਟਮ ਸਾਨੂੰ ਖਰਾਬ ਕਰ ਰਿਹਾ ਤੇ ਇਹ ਭਗਵੰਤ ਮਾਨ ਦਾ ਜਾਂ ਹੁਣ ਜੇ ਅੱਜ ਅਸੀਂ ਗੱਲ ਕਰਾਂਗੇ ਨਾ ਪੰਜਾਬ ਦੇ ਸਿਸਟਮ ਦੀ, ਤੇ ਉਹ ਸਿਸਟਮ ਦਾ ਜਿਹੜਾ ਮੁਖੀ ਆ ਉਹ ਭਗਵੰਤ ਮਾਨ ਆ, ਇਸ ਕਰਕੇ ਉਹਦਾ ਨਾਂ ਲਿਆ ਜਾਂਦਾ। ਵੈਸੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ, ਉਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੱਕ ਹੋ ਗਈਆਂ। ਸੋ ਸਾਨੂੰ ਤਾਂ ਉਹ ਫਿਰ ਇਹਨਾਂ ਨਾਲੋਂ ਕਿਤੇ ਮਾੜੇ ਨੇ, ਕਿਉਂਕਿ ਇਹ ਉਸ ਸਿਸਟਮ ਦਾ ਹਿੱਸਾ ਨੇ, ਇਸ ਕਰਕੇ ਇਹਨਾਂ ਦਾ ਜ਼ਿਕਰ ਆਉਂਦਾ ਆ, ਪਰ ਇਹਨਾਂ ਨਾਲ ਕੋਈ ਲੜਾਈ ਨਹੀਂ ਹੈਗੀ। ਇਹ ਉਸ ਸਿਸਟਮ ਦਾ ਹਿੱਸਾ ਨੇ ਤੇ ਸਾਨੂੰ ਜਿਹੜਾ ਸਿਸਟਮ ਹੈ ਇਸ ਕੰਟਰੀ ਦਾ ਉਹ ਸਾਨੂੰ ਲਤਾੜ ਰਿਹਾ ਆ, ਅਸੀਂ ਉਹਦੇ ਖਿਲਾਫ ਲੜ ਰਹੇ ਹਾਂ। ਉਹਦੇ ਲਈ ਭਾਵੇਂ ਮਨਮੋਹਨ ਸਿੰਘ ਨੇ ਕਿਹੜਾ ਇਹ ਕਿਹਾ ਵੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਣਾ ਚਾਹੀਦਾ, ਮਨਮੋਹਨ ਸਿੰਘ ਨੇ ਕਿਦਣ ਕਿਹਾ ਸੀ ਵੀ KPS ਗਿੱਲ ਤੇ ਬੇਅੰਤ ਬੁੱਚੜ ਨੇ ਇੱਥੇ ਲੋਕਾਂ ਨੂੰ ਮਾਰ ਮਾਰ ਕੇ ਢੇਰੀਆਂ ਲਾਈਆਂ, ਜਸਵੰਤ ਸਿੰਘ ਖਾਲੜਾ ਤੇ ਕੌਮ ਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਵੀ ਸ਼ਹੀਦ ਕਰਤਾ ਨੇ, ਕਦੀ ਉਹਨੇ ਗੱਲ ਕੀਤੀ ਆ? ਉਹਨੇ ਸਿੱਖ ਹੋ ਕੇ ਵੀ ਕਦੀ ਦਰਬਾਰ ਸਾਹਿਬ ਆ ਕੇ ਮਾਫੀ ਨਹੀਂ ਮੰਗੀ ਵੀ ਅਸੀਂ ਇੱਥੇ ਚੜ੍ਹਾਈ ਕੀਤੀ, ਅਸੀਂ ਮਾਫੀ ਮੰਗਦੇ ਹਾਂ। ਸੋ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਚਾਹੇ ਮਨਮੋਹਨ ਸਿੰਘ ਹੋਏ ਚਾਹੇ ਮੋਦੀ ਹੋਏ। ਮਸਲਾ ਇਹ ਆ ਕਿ ਉਹਨਾਂ ਦੀ ਰਾਜਾਂ ਪ੍ਰਤੀ, ਕੌਮਾਂ ਪ੍ਰਤੀ, ਇੱਥੋਂ ਦੇ ਲੋਕਾਂ ਪ੍ਰਤੀ, ਇੱਥੋਂ ਦੀ ਧਰਤੀ, ਇੱਥੋਂ ਦੇ ਪਾਣੀ, ਪਾਉਣ ਪਾਣੀ ਲਈ ਸਮਝ ਤੇ ਸੋਚ ਕੀ ਆ, ਉਸ ਸੋਚ ਦਾ ਹੀ ਟਕਰਾਅ ਆ। ਉਹ ਸੋਚ ਦਾ ਟਕਰਾਅ, ਉਹ ਸਿਧਾਂਤ ਦਾ ਟਕਰਾਅ ਆ। ਟਕਰਾਅ ਕਿਸੇ ਸ਼ਖਸੀਅਤ ਦਾ ਨਹੀਂ ਹੈਗਾ। ਜੇ ਸ਼ਖਸੀਅਤ ਦਾ ਟਕਰਾਅ ਹੋਏ ਤਾਂ ਫਿਰ ਸਿਰਫ ਕਿਸੇ ਇੱਕ ਕੌਮ ਦੇ ਬੰਦੇ ਦਾ ਹੋਏ। ਫਿਰ ਇਹ ਨਾ ਹੋਏ ਵੀ ਜੇ ਉੱਥੇ ਮਨਮੋਹਨ ਸਿੰਘ ਤੇ ਉਹਦੇ ਨਾਲ ਵੀ ਸਾਡੀ ਟੱਕਰ ਹੋਏ, ਜੇ ਇੱਥੇ KPS ਗਿੱਲ, ਕੰਵਰਪਾਲ ਸਿੰਘ ਗਿੱਲ ਆ ਤੇ ਉਹਦੇ ਨਾਲ ਵੀ ਸਾਡੀ ਟੱਕਰ ਹੋਏ, ਇੱਥੇ ਬੇਅੰਤ ਸਿੰਘ, ਸਰਦਾਰ ਬੇਅੰਤ ਸਿੰਘ ਹੋਏ ਤਾਂ ਉਹਨੂੰ ਵੀ ਅਸੀਂ ਬੁੱਚੜ ਕਹੀਏ। ਸੋ ਮਸਲਾ ਇਹ ਆ ਵੀ ਜੇ ਉਹਦੀ ਜਗ੍ਹਾ ਕੋਈ ਹੋਰ ਕੌਮ ਦਾ ਬੰਦਾ ਹੁੰਦਾ, ਜੇ ਇਜ਼ਹਾਰ ਆਲਮ ਮੁਸਲਮਾਨ ਸੀ ਅਸੀਂ ਉਹਨੂੰ ਵੀ ਬੁੱਚੜ ਕਿਹਾ ਆ, ਜੇ ਇੱਥੇ KPS ਗਿੱਲ ਸਰਦਾਰ ਸੀ ਤੇ ਅਸੀਂ ਉਹਨੂੰ ਵੀ ਗਦਾਰ ਕਿਹਾ। ਸੋ ਸਿਸਟਮ ਨਾਲ ਲੜਾਈ ਆ। ਸਿੱਖਾਂ ਦੀ ਲੜਾਈ ਕਿਹਦੇ ਨਾਲ? ਇਹ ਤੁਸੀਂ ਪੁੱਛੀ ਸੀ, ਮੈਂ ਤੁਹਾਨੂੰ ਦੱਸਦਾ ਕਿ ਸਿੱਖਾਂ ਦੀ ਲੜਾਈ ਇਹਨਾਂ ਨਾਲ ਆ,
ਤੇ ਫਿਰ ਇਸੇ ਦੇਸ਼ 'ਚ ਰਹਿ ਕੇ ਸਿਸਟਮ ਬਦਲਿਆ ਨਹੀਂ ਜਾ ਸਕਦਾ, ਉਸ ਤਰੀਕੇ ਦੀ ਲੜਾਈ ਨਹੀਂ ਕੀਤੀ ਜਾ ਸਕਦੀ? ਜ਼ਰੂਰੀ ਹੈ ਕਿ ਹਮੇਸ਼ਾ ਹੀ ਸਿਰ ਦੇਣ ਦੀਆਂ ਗੱਲਾਂ ਕਰਕੇ ਹੀ ਇਹ ਲੜਾਈ ਲੜੀ ਜਾਊਗੀ? ਨਹੀਂ, ਐਵੇਂ ਨਹੀਂ ਹੁੰਦਾ। ਸਿਰ ਦੇਣ ਵਾਲੀ ਵੀ ਜਿਹੜੀ ਗੱਲ ਹੈ, ਐਦਾਂ ਨਹੀਂ ਵੀ ਸਿੱਖ ਕਮਲੇ ਨੇ 1947 ਤੋਂ ਲੈ ਕੇ ਵੀ ਸਿੱਖ ਸਿਰ ਹੀ ਦੇਣ ਤੁਰੇ ਨੇ। ਜਦੋਂ ਇਸ ਖਿੱਤੇ ਲਈ ਸਿੱਖਾਂ ਨੇ ਸਿਰ ਦਿੱਤੇ ਉਦੋਂ ਸਿੱਖ ਸ਼ਹੀਦ ਸਨ, ਜਦੋਂ ਸਿੱਖ ਆਪਣੇ ਘਰ ਲਈ ਸਿਰ ਦੇਣ ਲੱਗੇ ਉਦੋਂ ਸਿੱਖ ਅੱਤਵਾਦੀ ਹੋ ਗਏ। ਸਿਰ ਸਿੱਖਾਂ ਨੇ ਐਵੇਂ ਸੁੱਟੇ ਨਹੀਂ ਹੈਗੇ, ਸਿੱਖਾਂ ਕੋਲ ਸਿਰ ਵਾਧੂ ਨਹੀਂ ਹੈਗੇ। ਸਿੱਖਾਂ ਦੇ ਸਿਰਾਂ ਤੋਂ ਜਦੋਂ ਪਾਣੀ ਲੰਘਿਆ ਉਦੋਂ ਉਹਨਾਂ ਨੇ ਆਪਣੇ ਸਿਰ ਦਿੱਤੇ ਨੇ। ਔਰ ਸਿੱਖ ਕਹਿੰਦੇ ਨੇ ਕਿ ਅਸੀਂ ਉਸ ਕੰਟਰੀ, ਉਸ ਨਿਜ਼ਾਮ ਦਾ ਹਿੱਸਾ ਨਹੀਂ ਰਹਿ ਸਕਦੇ ਜਿੱਥੇ ਸਾਡੇ 10-10 ਸਾਲ ਦੀਆਂ ਧੀਆਂ ਨਾਲ ਵੀ ਰੇਪ ਹੋਏ, ਤੇ ਜਿੱਥੇ ਸ਼ਰੇਆਮ ਲੋਕਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਮਾਰਿਆ ਗਿਆ, ਜਿੱਥੇ ਪੰਜਾਬ ਦੇ ਵਿੱਚ ਗੁਰੂ ਘਰਾਂ ਦੀ ਔਰ ਟੋਟਲ ਕੰਟਰੀ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਸਿੱਖਾਂ ਨੂੰ ਮਿੱਥ ਕੇ ਮਾਰਿਆ ਗਿਆ। ਉਸ ਕੰਟਰੀ 'ਚ ਅਸੀਂ ਨਹੀਂ ਰਹਿ ਸਕਦੇ, ਸਾਡਾ ਦਮ ਘੁੱਟਦਾ, ਅਸੀਂ ਵੱਖਰੇ ਹੋਣਾ ਚਾਹੁੰਦੇ ਹਾਂ। ਵੱਖਰੇ ਹੋਣ ਦੀ ਗੱਲ ਇਹ ਇਸ ਤਰ੍ਹਾਂ ਹੀ ਨਹੀਂ ਚੱਲੀ। ਪਰ ਵੱਖਰੇ ਹੋਣ ਦੇ ਵੀ ਸਵਾਲ ਦੇਖੋ, ਇੰਟਰਵਿਊ ਬਾਬਾ ਜੀ ਬਹੁਤ ਹੋਈਆਂ ਨੇ, ਪਹਿਲਾਂ ਸਵਾਲ ਆਉਂਦੇ ਨੇ, ਜਵਾਬ ਵੀ ਮਿਲ ਜਾਂਦੇ ਨੇ। ਉਸੇ ਤਰੀਕੇ ਦਾ ਸਵਾਲ ਇਹੀ ਹੈ ਕਿ ਜੇ ਵੱਖਰਾ ਦੇਸ਼ ਮਿਲ ਵੀ ਗਿਆ ਕਿ ਫਿਰ ਇੰਨਾ ਕੁ ਛੋਟਾ ਜਿਹਾ ਦੇਸ਼ ਹੋਊਗਾ ਕਿ 2-2.5 ਘੰਟੇ 'ਚ ਅਸੀਂ ਗੱਡੀ ਤੋਂ ਇੱਕ ਪਾਸੇ ਉੱਥੇ ਗਏ, ਉੱਥੇ ਮੁੱਕ ਗਿਆ, ਅੱਗੇ ਦੂਸਰਾ ਦੇਸ਼ ਸ਼ੁਰੂ ਹੋ ਗਿਆ, ਇੱਧਰ ਨੂੰ ਦੂਸਰਾ ਦੇਸ਼ ਸ਼ੁਰੂ ਹੋ ਗਿਆ। ਸਾਡੇ ਕੋਲ ਸਿਰਫ ਖੇਤੀਬਾੜੀ ਆ, ਕਰਾਂਗੇ ਕੀ ਅਸੀਂ ਫਿਰ? ਜੇ ਤੁਸੀਂ ਦੁਨੀਆ ਦੀ ਦੇਸ਼ਾਂ ਦੀ ਗੱਲ ਕਰੋ ਤੇ ਪੰਜਾਬ ਨਾਲੋਂ ਬਹੁਤ ਛੋਟੇ ਦੇਸ਼ ਇੱਥੇ ਹੈਗੇ ਨੇ ਦੁਨੀਆ ਦੀ ਧਰਤੀ ਦੇ ਉੱਤੇ। ਸਿੰਗਾਪੁਰ ਬਹੁਤ ਛੋਟੇ ਨੇ, ਜਿਨ੍ਹਾਂ ਦੀ 35-35 ਕਿਲੋਮੀਟਰ ਟਾਪੂ ਨੇ ਜਿਹੜੇ ਦੁਨੀਆ ਤੇ ਉਹ ਕਰ ਰਹੇ ਨੇ। ਇਹ ਖੇਤਰਫਲ ਦੀ ਤਾਂ ਗੱਲ ਸ਼ਾਇਦ ਨਹੀਂ ਆਪਾਂ ਕਰ ਸਕਦੇ, ਇਹਦੇ ਬੜੇ ਐਗਜ਼ਾਮਪਲ ਨੇ। ਠੀਕ ਹੈ। ਹੁਣ ਤੁਸੀਂ ਇਹ ਦੇਖੋ ਕਿ ਇੱਕ ਬੰਦੇ ਕੋਲ ਆਪਣੀ ਜਗ੍ਹਾ ਆ ਸਿਰਫ 50 ਗਜ ਤੇ ਉਹ ਝੌਂਪੜੀ 'ਚ ਰਹਿੰਦਾ ਆ ਜੀ, ਪਰ ਉਹਦੀ ਅਣਖ, ਉਹਦੀ ਇੱਜ਼ਤ, ਉਹਦਾ ਧਰਮ ਤੇ ਉਹ ਆਜ਼ਾਦ ਆ। ਇੱਕ ਬੰਦਾ 500 ਕਿੱਲੇ ਦੇ ਘਰ ਦੇ ਵਿੱਚ ਰਹਿੰਦਾ ਆ ਜੀ, ਪਰ ਉਹ ਗੁਲਾਮ ਆ। ਉਹਦੀ ਧੀ ਨਾਲ ਰੇਪ ਹੋ ਜਾਏ, ਉਹ ਗੱਲ ਨਹੀਂ ਕਰ ਸਕਦਾ। ਉਹਦੇ ਪੁੱਤ ਨੂੰ ਸ਼ਰੇਆਮ ਚੁੱਕ ਕੇ ਨਹਿਰ 'ਚ ਰੋੜ ਦਿੱਤਾ ਹੋਵੇ ਤੇ ਉਹਦਾ ਨੂੰ ਇਨਸਾਫ ਨਹੀਂ ਮਿਲ ਸਕਦਾ, ਕਿਉਂਕਿ ਉਹ ਮਹਿਲ 'ਚ ਰਹਿੰਦਾ। ਤੇ ਫਿਰ ਉਸ ਮਹਿਲ ਨਾਲ ਉਹ ਉਸ 50 ਗਜ ਦੀ ਕੁੱਲੀ 'ਚ ਜਾਣਾ ਪਸੰਦ ਕਰੇਗਾ। ਅਸੀਂ ਇਸ ਛੋਟੇ ਖਿੱਤੇ ਨੂੰ ਪਸੰਦ ਕਰਦੇ ਹਾਂ। ਅਸੀਂ ਮਹਿਲਾਂ 'ਚ ਰਹਿਣਾ ਨਹੀਂ ਪਸੰਦ ਕਰਦੇ ਜਿੱਥੇ ਸਾਡੇ ਹੱਕ ਹਕੂਕ ਤੇ ਜਿੱਥੇ ਸਾਡੀ ਗੁਰਬਾਣੀ ਵੀ ਸੇਫ ਨਹੀਂ ਹੈਗੀ। ਸੋ ਇਹ ਗੱਲ ਜਿਹੜੀ ਹੈ, ਇਹਦੇ ਉੱਤੇ ਤੇ ਲੰਮੀ ਡਿਬੇਟ ਹੋ ਸਕਦੀ ਹੈ। ਔਰ ਦੂਜੀ ਗੱਲ, ਇਹ ਗੱਲ ਅੱਜ ਤਾਂ ਨਹੀਂ ਨਾ ਹੋਈ ਵੀ ਸਾਨੂੰ ਖਾਲਿਸਤਾਨ ਚਾਹੀਦਾ ਆ ਜਾਂ ਸਾਨੂੰ ਵੱਖਰਾ ਰਾਜ ਚਾਹੀਦਾ। ਇਹ ਅੱਜ ਥੋੜਾ ਗੱਲ ਹੋਈ ਹੈ, ਇਹ ਉਦੋਂ ਹੋਈ ਆ ਜਦੋਂ ਸਿਰ ਤੋਂ ਪਾਣੀ ਲੰਘ ਗਿਆ। ਕਿਉਂਕਿ ਤੁਸੀਂ ਦੇਖੋ ਕਿੰਨਾ ਚਿਰ ਕਿਸਾਨ ਇੱਥੇ ਐਜੀਟੇਸ਼ਨ ਕਰਦੇ ਰਹੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਗਲਤ ਨੇ, ਕਾਨੂੰਨ ਗਲਤ ਨੇ। ਫਿਰ ਸਾਲ ਜਾ ਕੇ ਦਿੱਲੀ ਬੈਠੇ ਰਹੇ, ਫਿਰ ਉਹ ਵਾਪਸ ਹੋਏ। ਖੈਰ ਉਹ ਤਾਂ ਬਾਬਾ ਜੀ ਦੇਖੋ ਕੱਲੇ ਪੰਜਾਬ ਦੇ ਕਿਸਾਨਾਂ ਲਈ ਤਾਂ ਰੂਲ ਨਹੀਂ ਸੀ ਨਾ, ਉਹ ਤਾਂ ਪੂਰੇ ਇੰਡੀਆ ਦੇ ਕਿਸਾਨਾਂ ਦੇ। ਫਿਰ ਵੀ ਉਹ ਸੜਕਾਂ ਤੇ ਗਏ ਨਾ, ਸੜਕਾਂ ਤੇ ਜਾਣ ਤੋਂ ਬਾਅਦ ਇਹ ਮਸਲਾ ਹੱਲ ਹੋਇਆ। ਔਰ ਪਹਿਲਾਂ ਨਹੀਂ ਸੀ ਹੋਣਾ ਚਾਹੀਦਾ, ਪਹਿਲਾਂ ਹੋਣਾ ਚਾਹੀਦਾ ਸੀ। ਅਸੀਂ ਵੀ ਜਦੋਂ ਉਸ ਲੈਵਲ ਤੇ ਆ ਗਏ ਆ ਤੇ ਹੁਣ ਸਾਨੂੰ ਅੱਤਵਾਦੀ ਕਹਿ ਰਹੇ ਨੇ। ਹੁਣ ਇਹ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਇਸ ਦੇਸ਼ ਦਾ ਹਿੱਸਾ ਹੋ, ਦੱਸੋ ਤੁਹਾਨੂੰ ਕੀ ਚਾਹੀਦਾ, ਕਿੱਥੇ ਤੁਹਾਨੂੰ ਪ੍ਰੋਬਲਮ ਹੈ? ਕਦੀ ਹਾਕਮਾਂ ਨੇ ਆ ਕੇ ਪੁੱਛਿਆ ਸਿੱਖਾਂ ਨੂੰ ਵੀ ਤੁਹਾਨੂੰ ਪ੍ਰੋਬਲਮ ਕੀ ਆ, ਕਿਉਂ ਤੁਸੀਂ ਖਾਲਿਸਤਾਨ ਮੰਗਦੇ ਹੋ? ਸਾਡੇ ਨਾਲ ਕਦੀ ਡਿਬੇਟ ਕੀਤੀ ਹੈ ਬਹਿ ਕੇ? ਠੀਕ ਹੈ, ਅੰਮ੍ਰਿਤਪਾਲ ਦੀ ਗੱਲ ਕਰ ਲੈਂਦੇ ਆਪਾਂ ਅਖੀਰ ਦੇ ਵਿੱਚ। ਅੰਮ੍ਰਿਤਪਾਲ ਦੀ ਡਾਇਰੈਕਸ਼ਨ ਤੁਹਾਨੂੰ ਕਿਵੇਂ ਲੱਗਦੀ ਹੈ? ਸਹੀ ਡਾਇਰੈਕਸ਼ਨ ਤੇ ਜਾ ਰਹੇ? ਦੇਖੋ, ਇਹ 2-3 ਬੜੀ ਜਟਲ ਸਮੱਸਿਆ ਆ, ਗੁੰਝਲਦਾਰ ਗੱਲ ਆ ਬਹੁਤ, ਕਿ ਇਹਨੂੰ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਵੀ ਉਹਦੀ ਡਾਇਰੈਕਸ਼ਨ ਗਲਤ ਆ। ਮੈਂ ਉਹੀ ਗੱਲ ਕਰਦਾ, ਤੁਸੀਂ ਦੀਪ ਸਿੱਧੂ ਦੇ ਨਾਲ ਬਹੁਤ ਰਹੇ ਹੋ ਜੀ। ਜੇ ਦੀਪ ਸਿੱਧੂ ਅੱਜ ਹੁੰਦਾ, ਜੇ ਦੀਪ ਸਿੱਧੂ ਅੰਮ੍ਰਿਤ ਛਕਦਾ, ਕਿਉਂਕਿ ਉਹਨਾਂ ਨੇ ਕਿਹਾ ਵੀ ਸੀ ਮੈਂ ਛਕਣਾ ਹੈ, ਅੱਜ ਉਹਨਾਂ ਦੀ ਵਾਗਦੌੜ ਵਾਰਿਸ ਪੰਜਾਬ ਦੇ ਇਸੇ ਤਰੀਕੇ ਨਾਲ ਹੁੰਦੀ, ਤਾਂ ਤੁਹਾਨੂੰ ਕੀ ਲੱਗਦਾ ਕਿ ਦੀਪ ਸਿੱਧੂ ਵੀ ਇਸੇ ਤਰੀਕੇ ਨਾਲ ਕਰਦਾ? ਇਸੇ ਤਰੀਕੇ ਨਾਲ ਜੇ ਕੋਈ ਉਹਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹ ਥਾਣੇ ਦੇ ਵਿੱਚ ਜਾਂਦਾ? ਤੇ ਪਾਲਕੀ ਸਾਹਿਬ ਦਾ ਜਿਹੜਾ ਇੱਕ ਬਹੁਤ ਵੱਡਾ ਸਵਾਲ ਇਸ ਘਟਨਾ ਤੋਂ ਬਾਅਦ ਖੜਿਆ ਹੋ ਰਿਹਾ, ਬਹੁਤ ਸਾਰੇ ਸਿੱਖ ਵੀ ਇਸ ਗੱਲ ਤੇ ਕਹਿ ਰਹੇ ਨੇ ਕਿ ਇਹ ਗਲਤ ਹੋਇਆ ਕਿ ਉੱਥੇ ਜਾ ਕੇ ਗੁਰੂ ਨੂੰ ਲੈ ਕੇ ਨਹੀਂ ਜਾਣਾ ਚਾਹੀਦਾ ਸੀ ਥਾਣੇ, ਤਾਂ ਦੀਪ ਸਿੱਧੂ ਵੀ ਇਦਾਂ ਹੀ ਕਰਦਾ ਤੁਹਾਨੂੰ ਲੱਗਦਾ? ਨਹੀਂ, ਮੈਂ ਇੱਥੇ ਇੱਕ ਗੱਲ ਇਹ ਕਰਾਂਗਾ ਕਿ ਆਗੂਆਂ ਦੇ ਵੱਖ-ਵੱਖ ਪੈਟਰਨ ਦੇ ਵੱਖ-ਵੱਖ ਤਰੀਕਿਆਂ ਦੇ ਸੰਘਰਸ਼ ਹੁੰਦੇ ਨੇ। ਹਰ ਬੰਦੇ ਦਾ ਆਪਣੇ ਤਰੀਕੇ ਨਾਲ ਇੱਕ ਸੰਘਰਸ਼ ਲੜਨ ਦਾ ਇੱਕ ਤਰੀਕਾ ਹੁੰਦਾ, ਉਹਦੀ ਸਹਿਣਸ਼ੀਲਤਾ, ਉਹਦੀ ਸਮਝ ਹੁੰਦੀ ਆ ਜੀ। ਦੀਪ ਸਿੱਧੂ ਦੀ ਜਿਹੜੀ ਸਮਝ ਉਹ ਬਹੁਤ ਹੋਰ ਤਰ੍ਹਾਂ ਦੀ ਸੀਗੀ। ਦੀਪ ਸਿੱਧੂ ਬਹੁਤ ਅਗਰੈਸਿਵ ਵੀ ਸੀਗਾ ਤੇ ਬਹੁਤ ਸ਼ਾਂਤੀ ਵਾਲਾ ਵੀ ਸੀਗਾ ਜੀ। ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਦੀਪ ਸਿੱਧੂ ਹੁੰਦਾ ਤੇ ਉਹ ਮਹਾਰਾਜਾ ਸਰੂਪ ਲੈ ਕੇ ਜਾਂਦਾ। ਰਹੀ ਗੱਲ ਇਹ ਕਿ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਉਸ ਲੜਾਈ ਦੇ ਵਿੱਚ ਜਿਹੜੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀਗਾ,
ਇਹ ਗੱਲ ਉਹਨਾਂ ਨੇ ਸਾਬਤ ਕਰਤੀ ਕਿ ਉਹ ਬੰਦੇ ਤੇ ਪਰਚਾ ਗਲਤ ਹੋਇਆ, ਭਾਵੇਂ ਉਹ ਸਾਰੀ ਲੜਾਈ ਸਹੀ ਸੀ, ਭਾਵੇਂ ਉਹ ਵਾਕਈ ਪਰਚਾ ਸਹੀ ਸੀ, ਭਾਵੇਂ ਉਹ ਬੰਦਾ ਵੀ ਕੁੱਟਿਆ ਗਿਆ, ਪਰ ਫਿਰ ਵੀ ਜਿਹੜਾ ਉਹ ਮੁੰਡਾ ਇੱਕ ਚੁੱਕਿਆ ਆ ਉਹ ਉਹਨਾਂ ਨੇ ਸਾਬਤ ਕਰਤਾ ਵੀ ਉਹ ਸਾਡਾ ਗਲਤ ਚੁੱਕਿਆ ਸੀ। ਔਰ ਉਸ ਗੱਲ ਲਈ ਉਹਨਾਂ ਨੇ ਹਕੂਮਤ ਨਾਲ ਗੱਲ ਕੀਤੀ, ਉਹਨਾਂ ਨੇ ਉਹ ਬੰਦੇ ਦੀ ਇਨਕੁਆਇਰੀ ਨਹੀਂ ਕੀਤੀ, ਉਹਨੂੰ ਨਹੀਂ ਬਾਹਰ ਕੱਢਿਆ। ਜੇ ਵਾਕਿਆ ਹੀ ਅੰਮ੍ਰਿਤਪਾਲ ਗਲਤ ਸੀ, ਅੰਮ੍ਰਿਤਪਾਲ ਨੇ ਗਲਤ ਜਾ ਕੇ ਸਾਰਾ ਕੁਝ ਕੀਤਾ, ਫਿਰ ਹਕੂਮਤ ਨੇ ਇਹਦਾ ਇਹ ਮੰਨ ਲਈਏ ਵੀ ਗੋਡੇ ਟੇਕਦੇ ਨੇ ਉਹਦੇ ਅੱਗੇ। ਬਿਲਕੁਲ, ਕਿਉਂਕਿ ਹਕੂਮਤ ਦੂਸਰਾ ਬਾਈਬਲ ਕਲਾਂ ਵਾਲਾ ਜਿਹੜਾ ਕਾਂਡ ਆ ਉਹ ਨਹੀਂ ਚਾਹੁੰਦੀ ਸੀਗੀ। ਨਹੀਂ, ਇਹ ਗੱਲ ਤੁਹਾਡੀ, ਮੈਂ ਇਹ ਗੱਲ ਮੈਂ ਮੁੜ ਕੇ ਉੱਥੇ ਆਉਣਾ ਵੀ ਜੇ ਉਹਨਾਂ ਨੇ ਪਰਚਾ ਗਲਤ ਕੀਤਾ ਸੀ ਤਾਂ ਰੱਦ ਕੀਤਾ ਨਾ, ਇਹਦਾ ਮਤਲਬ ਇਹ ਆ ਵੀ ਉਹ ਸਹੀ ਲੜ ਰਹੇ ਆ। ਇਹ ਗੱਲ ਤਾਂ ਮੰਨਦੇ ਆ, ਹਾਂ ਲੜਾਈ ਦਾ ਤਰੀਕਾ ਗਲਤ ਹੋ ਸਕਦਾ, ਇਹ ਗੱਲ ਅਸੀਂ ਮੰਨਦੇ ਆ ਕਿ ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੀ ਆ ਉਹ ਇਹ ਆ ਕਿ ਉਹਦੇ ਲਈ ਉਹਦੀ ਜਥੇਬੰਦੀ ਦਾ ਫੈਸਲਾ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਣਾ ਆ। ਉਹਦੇ ਲਈ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਸੰਸਥਾਵਾਂ, ਦਮਦਮੀ ਟਕਸਾਲ, ਹੋਰ ਕਿੰਨੀਆਂ ਸਾਡੀਆਂ ਸੰਪਰਦਾਵਾਂ ਜਾਂ ਸਾਡੇ ਵੱਡੇ ਅਦਾਰੇ ਨੇ, ਇੱਕ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੀ ਨੇ, ਉਹਨਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ ਦ੍ਰਿੜਤਾ ਦੇ ਨਾਲ ਕਿ ਨੈਕਸਟ ਅੱਗੇ ਤੋਂ ਜਦੋਂ ਇਦਾਂ ਦੀ ਸਾਡੇ ਗੱਲ ਕੋਈ ਉਲਝਣ ਪੈਂਦੀ ਹੈ ਜਾਂ ਅਸੀਂ ਕਿਸੇ ਲੜਾਈ ਨੂੰ ਵਧਨੇ ਆ ਤੇ ਕੀ ਗੁਰੂ ਗ੍ਰੰਥ ਸਾਹਿਬ ਲਿਜਾਣਾ ਚਾਹੀਦਾ ਜਾਂ ਨਹੀਂ ਲਿਜਾਣਾ ਚਾਹੀਦਾ, ਉਹਦੇ ਉੱਤੇ ਇੱਕ ਡੈਡਲਾਈਨ ਉਹਨਾਂ ਨੂੰ ਖਿੱਚਣੀ ਚਾਹੀਦੀ ਹੈ। ਇਹ ਮਸਲਾ ਜਿਹੜਾ ਆ ਬੜਾ ਗੰਭੀਰ ਆ, ਇਹਦੇ ਉੱਤੇ ਮੈਂ ਇਹਦਾ ਕੋਈ ਜਵਾਬ ਨਹੀਂ ਦੇ ਸਕਦਾ ਵੀ ਉਹ ਸਹੀ ਸੀ ਜਾਂ ਗਲਤ ਸੀ। ਠੀਕ ਹੈ, ਉਹ ਇਹਦਾ ਜਵਾਬ ਜਿਹੜੇ, ਕਿਉਂਕਿ ਮੈਂ ਇੱਕ ਫੌਜੀ ਆ, ਮੈਂ ਵਿਦਵਾਨ ਨਹੀਂ ਹੈਗਾ, ਇਹ ਬਹੁਤ ਗੁੰਝਲਦਾਰ ਗੱਲ ਆ ਕਿ ਇੱਕ ਪੱਖ ਦੇ ਵਿੱਚ ਸਹੀ ਵੀ ਆ ਤੇ ਇੱਕ ਪੱਖ ਆਪਾਂ ਜਦੋਂ ਵੇਖਦੇ ਆ ਉਹ ਗਲਤ ਵੀ ਆ, ਕਿਉਂਕਿ ਇਹਦਾ ਨਿਰਣਾ ਹੀ ਸਾਡੀ ਵੱਡੇ ਕੌਮ ਦੇ ਜਿਹੜੇ ਵਿਦਵਾਨ ਤੇ ਲੀਡਰ ਨੇ ਉਹਨਾਂ ਨੇ ਕਰਨਾ ਹੈ। ਜੇ ਉਹ ਫੈਸਲਾ ਕੌਮ ਕਰ ਦੂਗੀ ਵੀ ਇਹ ਗੱਲ ਗਲਤ ਆ, ਇਹਦਾ ਫੈਸਲਾ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਇਸ ਤਰ੍ਹਾਂ ਲੜਾਈ ਨਹੀਂ ਲਿਜਾਇਆ ਜਾਊਗਾ ਤੇ ਅੱਗੇ ਤੋਂ ਜੇ ਉਹ ਲੈ ਕੇ ਜਾਣਗੇ ਫਿਰ ਇਹਦੇ ਦੋਸ਼ੀ ਹੋਣਗੇ। ਠੀਕ ਹੈ, ਆਖਰੀ ਸਵਾਲਾਂ ਵੱਲ ਵਧਦੇ ਹਾਂ ਬਾਬਾ ਜੀ। ਕੇਂਦਰੀ ਜਾਂਚ ਏਜੰਸੀਆਂ ਨੇ ਇੱਕ ਕੋਈ ਜਿਹੜੀ ਜਾਂਚ ਆ ਉਹ ਕੀਤੀ ਹੈ, ਹਜੇ ਪੂਰੀ ਪ੍ਰੋਪਰ ਰਿਪੋਰਟ ਤਾਂ ਨਹੀਂ ਆਈ, ਅੰਦਰੋਂ ਪਤਾ ਲੱਗ ਰਿਹਾ। ਉਹ ਜਾਂਚ ਏਜੰਸੀਆਂ ਇਹ ਕਹਿ ਰਹੀਆਂ ਨੇ ਕਿ ਅੰਮ੍ਰਿਤਪਾਲ ਨੂੰ ISI ਦੀ ਬੈਕ ਹੈ, ਜਿਹੜੀ ਫੰਡਿੰਗ ਹੈ ਉਹ ਬਾਹਰੋਂ ਕੀਤੀ ਜਾ ਰਹੀ ਹੈ। ਇਹ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਜਾਂਚ ਏਜੰਸੀਆਂ ਨੇ ਜਿਹੜੀ ਰਿਪੋਰਟ ਇਹ ਬਣਾ ਰਹੇ ਨੇ ਕੀ ਇਹ ਸਹੀ ਹੈ? ਵੇਖੋ, ਮੈਂ ਇੱਕ ਤੁਹਾਨੂੰ ਦੱਸਦਾ ਕਿ ਜੇ ਤਾਂ ਬਾਹਰਲੇ ਆ ਕੇ ਤੇ ਸਕੂਲ ਖੋਲ੍ਹ ਲੈਣ ਤੇ ਉਹਨੂੰ ਕੋਈ ਵੀ ਉਹਦੀ ਇਨਕੁਆਇਰੀ ਨਹੀਂ ਹੁੰਦੀ ਜੀ, ਪੈਸਾ ਉਹੀ ਸਿੱਖ ਲਾਉਂਦੇ ਨੇ। ਜੇ ਉਹ ਆ ਕੇ ਇੱਥੇ ਵੱਡੇ ਅਦਾਰੇ ਖੋਲ੍ਹ ਲੈਣ ਜਾਂ ਸਟੇਟ ਨੂੰ ਆ ਕੇ ਕਹਿਣ ਵੀ ਅਸੀਂ ਇੱਥੇ ਕੋਈ ਫੈਕਟਰੀ ਲਾਉਨੇ ਆ, ਸਕੂਲ ਲਾਉਨੇ ਜਾਂ ਅਸੀਂ ਇੱਥੇ ਵੱਡਾ ਕੋਈ ਕੰਮ ਕਰਦੇ ਆ, ਤਾਂ ਫਿਰ ਉਹਨਾਂ ਨੂੰ ਕਹਿੰਦੇ ਨੇ ਵੀ ਨਿਵੇਸ਼ ਕਰ ਰਹੇ ਨੇ ਜੀ। ਜਦੋਂ ਕੋਈ ਸਿੱਖ ਬੰਦਾ ਅੱਗੇ ਵੱਧਦਾ ਆ ਤੇ ਪੈਸੇ ਉਹਨੂੰ ਵੀ ਸਿੱਖਾਂ ਨਹੀਂ ਦੇਣੇ ਨੇ। ਇਹ ਗੱਲ ਵੱਖਰੀ ਆ ਕਿ ਹੁਣ ਜਿੱਥੇ ਸਿੱਖ ਵੱਧ ਵਸਦੇ ਨੇ ਜਾਂ ਜਿੱਥੇ ਸਹੀ ਗੁਜ਼ਾਰਾ ਕਰ ਰਹੇ ਨੇ ਉੱਥੋਂ ਹੀ ਫੰਡ ਦੇਣਗੇ। ਬਿਲਕੁਲ, ਜਿਹੜੀ ਗੱਲ ਹੈਗੀ ਆ ਜਦੋਂ ਵੋਟਿੰਗ ਹੁੰਦੀ ਹੈ, ਵੋਟਾਂ ਹੁੰਦੀਆਂ ਪੰਜਾਬ ਦੀਆਂ, ਤਾਂ ਸਾਰੀਆਂ ਪਾਰਟੀਆਂ ਨੂੰ ਬਾਹਰੋਂ ਫੰਡ ਆਉਂਦਾ, ਆਪ ਨੂੰ ਆਇਆ, BJP ਨੂੰ ਆਇਆ, ਅਕਾਲੀ ਦਲ ਨੂੰ ਆਇਆ, ਸਾਰਿਆਂ ਨੂੰ ਆਉਂਦਾ ਤੇ ਇਸ ਕਰਕੇ ਜਿਹੜੀਆਂ ਸਿੱਖਾਂ ਦੀਆਂ ਲਹਿਰਾਂ ਨੇ ਫੰਡ ਉਹਨਾਂ ਨੂੰ ਵੀ ਆਉਣਾ ਆ। ਮਸਲਾ ਇਹ ਆ ਕਿ ਉਸ ਫੰਡ ਨਾਲ ਕੀ ਉਹ ਮਤਲਬ ਇੱਥੇ ਕੋਈ ਹਥਿਆਰਬੰਦ ਮੂਵਮੈਂਟ ਚਲਾ ਰਹੇ ਨੇ ਜਾਂ ਇਹ ਗੱਲ ਸਾਬਤ ਹੋ ਗਈ ਵੀ ISI ਨੇ ਫੰਡ ਕਰਕੇ ਅੰਮ੍ਰਿਤਪਾਲ ਨੂੰ ਇਸ ਪਾਸੇ ਲੈ ਕੇ ਆਂਦਾ ਜੀ। ਕਿਆਸਾਂ ਰਾਈਆਂ ਜਿੰਨੀਆਂ ਮਰਜ਼ੀ ਲਾ ਲੈਣ, ਜੇ ਇਹ ਵਾਕਈ ਉਹਨਾਂ ਦੀ ਗੱਲ ਸਹੀ ਆ, ਹਾਂ ਉਹ ਫੰਡ ਕਿਤੋਂ ਲੈ ਲੈਣ, ਕਿ ਉਹ ਇਸ ਕੰਟਰੀ ਦੇ ਖਿਲਾਫ ਕੋਈ ਹਥਿਆਰਬੰਦ ਸੰਘਰਸ਼ ਲੜ ਰਹੇ ਨੇ ਜਾਂ ਲੋਕਾਂ ਨੂੰ ਮਾਰ ਰਹੇ ਨੇ ਜਾਂ ਉਹ ਇਦਾਂ ਦਾ ਕੋਈ ਕੰਮ ਕਰ ਰਹੇ ਨੇ ਜਿਹਦੇ ਨਾਲ ਇਸ ਸਟੇਟ ਨੂੰ ਲੱਗੇ ਵੀ ਇੱਥੇ ਬਹੁਤ ਵੱਡਾ ਦੁਖਾਂਤ ਵਾਪਰ ਗਿਆ ਆ। ਇਹ ਤਾਂ ਇੱਕ ਲੜਾਈ ਸੀ, ਲੜਾਈ 'ਚ ਉਹਨਾਂ ਨੇ ਮੌਕੇ ਤੇ ਜਾ ਕੇ, ਪਰ ਇੱਕ ਗੱਲ ਇੱਥੇ ਜਿਹੜੀ ਵੱਡੀ ਮਾਇਨੇ ਰੱਖਦੀ ਆ ਕਿ ਪਹਿਲੀ ਵਾਰੀ ਕਿਸੇ ਸਟੇਟ ਨੇ, ਕਿਸੇ ਇਸ ਖਿੱਤੇ ਨੇ ਬਹੁਤ ਸੰਜੀਦਗੀ ਨਾਲ ਕੰਮ ਲਿਆ, ਕਿਉਂਕਿ ਉਹਨਾਂ ਨੇ ਸੋਚਿਆ ਕਿ ਨੌਜਵਾਨ ਗੁੱਸੇ 'ਚ ਨੇ ਤੇ ਇੱਕ ਪਲ ਦੀ ਪਲ ਜੇ ਅੱਗੋਂ ਅਸੀਂ ਅਗਰੈਸਿਵ ਹੁੰਨੇ ਆ ਤਾਂ ਇਹ ਬਹੁਤ ਖਤਰਨਾਕ ਗੱਲ ਹੋਊਗੀ ਪੰਜਾਬ ਵਾਸਤੇ। ਮੈਂ ਇਹ ਕਹਿਣਾ ਵੀ ਹਕੂਮਤਾਂ ਨੂੰ ਇਹਦੇ ਤੋਂ ਵੀ ਸਬਕ ਸਿੱਖਣਾ ਚਾਹੀਦਾ। ਅੱਗੇ ਤੋਂ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਘੱਟੋ ਘੱਟ ਉਸ ਸਿਚੁਏਸ਼ਨ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ। ਮੈਂ ਇਸ ਗੱਲ ਦੀ ਉਹਨਾਂ ਨੂੰ ਸ਼ਾਬਾਸ਼ ਦਿਆਂਗਾ ਕਿ ਉਹਨਾਂ ਨੇ, ਜੇ ਉੱਥੇ ਖੂਨੀ ਟਕਰਾਅ ਹੁੰਦਾ ਦੋਵਾਂ ਪਾਸਿਓਂ, ਅੱਗੇ ਯੰਗ ਏਜ ਦੇ ਨੌਜਵਾਨ ਸਨ, ਉਹਨਾਂ ਨੂੰ ਨਹੀਂ ਪਤਾ ਵੀ ਉਸ ਤੋਂ ਬਾਅਦ ਕੀ ਹੋਣਾ, ਕਿਉਂਕਿ ਕੋਈ ਅਸੀਂ ਵੀ ਨਹੀਂ ਸੋਚਦੇ ਹੁੰਦੇ ਬਾਅਦ 'ਚ ਕੀ ਹੋਣਾ ਆ। ਸੋ ਉਸ ਸਮੇਂ ਉਹਨਾਂ ਨੇ ਸਹੀ ਫੈਸਲਾ ਲਿਆ। ਉਸ ਤੋਂ ਬਾਅਦ ਹੁਣ ਕੀ ਸਥਿਤੀ ਹੁੰਦੀ ਹੈ ਇਹ ਅਗਲੀ ਗੱਲ ਦਾ, ਇਹਦਾ ਗਰਭ 'ਚ ਆ, ਇਹ ਤਾਂ ਬਾਅਦ 'ਚ ਪਤਾ ਲੱਗੂਗਾ। ਤੇ ਜਾਂਦੇ ਜਾਂਦੇ ਰਵਨੀਤ ਬਿੱਟੂ ਨੂੰ ਸੁਨੇਹਾ, ਰਵਨੀਤ ਬਿੱਟੂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਤੁਹਾਡੇ ਪਰਿਵਾਰ ਦਾ ਸਿੱਖਾਂ ਦੇ ਨਾਲ ਬਹੁਤ ਵੱਡਾ ਰੌਲਾ ਸੀ, ਹੈ ਨਹੀਂ। ਜੇ ਤੁਸੀਂ ਦੁਬਾਰੇ ਉਸ ਪਾਸੇ ਨੂੰ ਤੁਰਦੇ ਹੋ ਤੇ ਰੌਲਾ ਹੈ ਵਾਲੇ ਪਾਸੇ ਵੱਜੂਗਾ ਜੀ। ਸੀ ਤੇ ਤੁਹਾਡੇ ਦਾਦੇ ਨੂੰ
ਖਾੜਕੂ ਸਿੰਘਾਂ ਨੇ ਸੋਧ ਦਿੱਤਾ, ਉਹ ਗੱਲ ਉੱਥੇ ਰੁਕ ਗਈ। ਤੁਸੀਂ MP ਹੋ, ਪਰਮਾਤਮਾ ਕਰੇ ਤੁਸੀਂ ਮੁੱਖ ਮੰਤਰੀ ਬਣੋ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਤੁਸੀਂ ਵੋਟਾਂ ਲਵੋ, ਤੁਸੀਂ ਜਿੱਤੋ, ਪਰ ਤੁਸੀਂ ਇਸ ਤਰ੍ਹਾਂ ਸਿੱਖਾਂ ਦੇ ਅੰਦਰੂਨੀ ਮਸਲੇ ਤੇ ਰਹਿਤ ਮਰਿਆਦਾ ਤੇ ਜਿਹੜੇ ਸਾਡੇ ਬੰਦੇ ਸ਼ਹੀਦ ਹੋ ਗਏ ਨੇ ਉਹਨਾਂ ਵੱਲ ਨੂੰ ਉਂਗਲ ਕਰਕੇ ਤੇ ਤੁਸੀਂ ਆਪਣੇ ਦਾਦੇ ਵਾਲੀ ਉਪਾਧੀ ਨਾ ਲਵੋ। ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ, ਸ਼ੁਕਰੀਆ। ਗੱਲਬਾਤ ਕਰਨ